ਦੀਆਂ ਨਵੇਂ ਸਕੀਮਾਂ ਦੀਆਂ ਸੁਰਖੀਆਂ ਬਣਦੇ ਆ। ਅਗਲੀ ਗੱਲ ਜਿੱਥੇ ਨਹੀਂ ਬਾਬਾ ਜੀ ਵਿੱਚ ਨਾ ਬੋਲਿਆ ਕਰੋ, ਬਾਬਾ ਜੀ ਵਿੱਚ ਨਾ ਬੋਲਿਆ ਕਰੋ, ਵਿੱਚ ਨਾ ਬੋਲਿਆ ਕੋਸਾ ਜੀ ਵਿੱਚ ਨਾ ਬੋਲੋ। ਅਗਲੀ ਗੱਲ ਤੁਸੀਂ ਤਾਂ ਬਲਤਕਾਰੀ ਬਹਿਸ ਨੂੰ ਬਚਾ ਕੇ ਬੈਠੇ ਹੋ, ਸਿਰਫ ਆਪਣੀਆਂ ਸੀਟਾਂ ਬਚਾਉਣ ਦੇ ਬਲਤਕਾਰੀ ਬਹਿਸ ਨੂੰ ਗੋਦੀ 'ਚ ਚੜਾਈ ਫਿਰਦੇ ਹੋ। ਇੱਥੇ ਟਰੱਕਾਂ ਵਾਲਿਆਂ ਨੂੰ ਲੱਡੂ ਵੰਡ ਰਹੇ ਸੀ ਤੇ ਮੈਂ ਗੱਡੀ ਰੋਕ ਕੇ ਪੁੱਛਿਆ ਵੀ ਕਿਹੜੀ ਪਾਰਟੀ ਵਾਲੇ? ਉਹ ਕਹਿੰਦੇ ਜੀ ਸਾਡੀ ਪਾਰਟੀ ਕੋਈ ਨਹੀਂ, ਅਸੀਂ ਤਾਂ ਮੋਦੀ ਦੇ ਹਾਰਨ ਤੇ ਲੱਡੂ ਵੰਡ ਰਹੇ ਹਾਂ ਬਸ। ਇੰਦਰਾ ਜੀ ਨੇ ਧੱਕਾ ਨਹੀਂ ਕੀਤਾ, ਦਰਬਾਰ ਸਾਹਿਬ ਅਟੈਕ ਨਹੀਂ ਕਰਾਇਆ ਸੀ ਕਿ ਰਾਜੀਵ ਗਾਂਧੀ ਨੇ ਦਿੱਲੀ 'ਚ ਕਤਲੇਆਮ ਨਹੀਂ ਕਰਾਇਆ ਸੀਗਾ, ਉਹਦਾ ਪੁਖਤਾ क्या वैक्सीनेशन इनफ है? किन्ने राज्यों से वैक्सीनेशन नहीं लग रही? ये पिछे तुसीं सेंटर सरकार की जिम्मेवारी करोगे या स्टेट की करोगे? वो कहना मेरिया दोनों अखा फुट जान कोई गल नहीं, पर उन्होंने की एक जरूर फुटनी चाहिए है। शहीदों के तबूतां चों कमीशन खाण वाली भाजपा ये तो की आस रख सकते हैं? ਅੱਜ ਦਾ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਜੇਸ਼ ਮਹਿਰਾ। ਅੱਜ ਇੱਕ ਬੜੇ ਅਹਿਮ ਮੁੱਦੇ ਤੇ ਗੱਲ ਕਰਾਂਗੇ। ਦੇਸ਼ ਵਿੱਚ ਬੀਤੇ ਦਿਨੀ ਹੋਏ 4 ਰਾਜਾਂ ਤੇ ਇੱਕ ਕੇਂਦਰ ਸ਼ਾਸਿਤ ਰਾਜ ਦਾ ਚੁਣਾਵ ਜਿਹੜਾ ਨਤੀਜੇ ਆਏ ਨੇ ਉਹਨਾਂ ਤੇ ਚਰਚਾ ਕਰਾਂਗੇ ਕਿ ਭਾਰਤੀ ਜਨਤਾ ਪਾਰਟੀ ਜੋ ਇੱਕ ਸੁਪਨਾ ਦੇਖ ਰਹੀ ਸੀ ਕਿ ਕਾਂਗਰਸ ਮੁਕਤ ਭਾਰਤ ਬਣਾਵਾਂਗੇ, ਕਿ ਉਹ ਪੂਰਾ ਹੋਇਆ, ਜਾਂ ਫਿਰ ਭਾਰਤੀ ਜਨਤਾ ਪਾਰਟੀ ਦੀ ਨੱਕ ਦਾ ਸਵਾਲ ਬਣਿਆ ਪੱਛਮ ਬੰਗਾਲ ਕਿ ਉਹ ਮਿਲਿਆ, ਜਾਂ ਫਿਰ ਨੰਦੀਗ੍ਰਾਮ ਨੂੰ ਛੱਡ ਕੇ ਪੱਛਮ ਬੰਗਾਲ ਕਿੰਨਾ ਗੁਣਾ ਦਾ ਹੋਇਆ, ਉੱਤੇ ਗੱਲ ਕਰਾਂਗੇ। ਤੇ ਬਾਕੀ 4 ਰਾਜਾਂ ਦੇ ਵਿੱਚ ਕੀ ਕੁਝ ਹੋਇਆ ਉੱਤੇ ਵੀ ਚਰਚਾ ਕਰਾਂਗੇ। ਤੇ ਨਵਜੋਤ ਸਿੱਧੂ ਕੀ ਭਾਰਤੀ ਜਨਤਾ ਪਾਰਟੀ ਵਾਪਸੀ ਹੋਏਗੀ, ਕਿ ਆਮ ਆਦਮੀ ਪਾਰਟੀ ਜਾਏਗਾ, ਜਾਂ ਫਿਰ ਕਾਂਗਰਸ ਵਿੱਚ ਹੀ ਰਹੇਗਾ? ਇਹਨਾਂ ਸਵਾਲਾਂ ਤੇ ਵੀ ਅੱਜ ਜਵਾਬ ਲਵਾਂਗੇ। ਸਾਡੇ ਕੋਲ ਪੈਨਲ ਦੇ ਵਿੱਚ ਮੌਜੂਦ ਨੇ ਸਿਆਸੀ ਬੁੱਧੀਜੀਵੀ ਬੈਠੇ ਨੇ, ਸਿਆਸੀ ਬੁਲਾਰੇ ਬੈਠੇ ਨੇ, ਅਲੱਗ-ਅਲੱਗ ਪਾਰਟੀਆਂ ਦੇ ਬੈਠੇ ਨੇ। ਅੱਜ ਮੈਂ ਤੁਹਾਨੂੰ ਪਹਿਲਾਂ ਤਾਰਫ ਕਰਾ ਦੇਵਾਂ। ਸਭ ਤੋਂ ਪਹਿਲਾਂ ਸਾਡੇ ਕੋਲ ਸੀਨੀਅਰ ਪੱਤਰਕਾਰ ਨੇ ANI ਤੋਂ ਕਰਨ ਕਪੂਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਕਰਨ ਜੀ। ਸਾਡੇ ਕੋਲ ਬੈਠੇ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਚੇਅਰਮੈਨ ਇੰਡਸਟਰੀ KK ਬਾਵਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਬਾਵਾ ਜੀ। ਬਹੁਤ ਬਹੁਤ ਮਿਹਰਬਾਨੀ ਜੀ। ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਾਡੇ ਕੋਲ ਬੈਠੇ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਪ੍ਰਦੇਸ਼ ਦੇ ਵਾਈਸ ਪ੍ਰੈਜ਼ੀਡੈਂਟ ਪ੍ਰਵੀਨ ਬਾਂਸਲ ਜੀ, ਬਹੁਤ ਬਹੁਤ ਸਵਾਗਤ ਹੈ ਬਾਂਸਲ ਜੀ ਪੈਨਲ ਵਿੱਚ ਆਉਣ ਦਾ। जय हिंद सभ नूं। ਸਭ ਤੋਂ ਪਹਿਲਾਂ ਬਾਬਾ ਜੀ, ਤੁਸੀਂ ਸਰਕਾਰ ਇਸ ਵੇਲੇ ਤੁਹਾਡੀ ਆ ਪੰਜਾਬ ਦੇ ਵਿੱਚ, ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਇਹ ਨਾਰਾ ਸੀਗਾ ਵੀ ਅਸੀਂ ਕਾਂਗਰਸ ਨੂੰ ਮੁਕਤ ਭਾਰਤ ਕਰਾ ਦਾਂਗੇ, ਕਿ ਉਹ ਪੂਰਾ ਦੇਖਦੇ ਹੋਏ ਕਿ ਜਾਂ ਫਿਰ ਵਾਕਈ ਭਾਰਤੀ ਜਨਤਾ ਪਾਰਟੀ ਨੂੰ ਅੱਜ ਮੂੰਹ ਦੀ ਖਾਣੀ ਪਈ ਹੈ, ਕਿਉਂਕਿ ਪੱਛਮ ਬੰਗਾਲ ਉਹਨਾਂ ਦਾ ਨੱਕ ਦਾ ਸਵਾਲ ਬਣਿਆ ਹੋਇਆ ਸੀ? ਕੀ ਕਹਿਣਾ ਚਾਹੋਗੇ? ਗੱਲ ਇਹ ਆ, ਭਾਰਤੀ ਜਨਤਾ ਪਾਰਟੀ ਨੇ ਜੀ ਮੈਂ ਸਮਝਦਾ ਪੂਰੇ ਦੇਸ਼ ਦੇ ਅੰਦਰ ਜੀ ਜੋ ਅੱਜ ਹਰ ਵਰਗ ਦੇ ਲੋਕ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਤੋਂ, ਜੀ ਚਾਹੇ ਉਹ ਕਿਸਾਨ ਹੈ, ਜੀ ਚਾਹੇ ਵਪਾਰੀ ਜੀ ਹੈ, ਚਾਹੇ ਕਾਰਖਾਨੇਦਾਰ ਹੈ, ਜੀ ਚਾਹੇ ਮਜ਼ਦੂਰ ਜੀ ਹੈ, ਚਾਹੇ ਮੁਲਾਜ਼ਮ ਹੈ, ਦੁਕਾਨਦਾਰ ਹੈ, ਯੂਥ ਹੈ, ਸਾਰੇ ਵਰਗਾਂ ਦੇ ਲੋਕ ਪੂਰੀ ਤਰ੍ਹਾਂ ਪਰੇਸ਼ਾਨ ਨੇ, ਦੁਖੀ ਨੇ, ਤੰਗ ਨੇ, ਜੀ ਕਿਉਂਕਿ ਇਹਨਾਂ ਲੋਕਾਂ ਕੋਲ ਝੂਠ ਤੋਂ ਸਿਵਾ ਇਹਨਾਂ ਦਾ ਇੱਕ ਨੁਕਾਤੀ ਪ੍ਰੋਗਰਾਮ ਝੂਠ ਜੁਮਲੇ ਛੱਡਣਾ ਇਦੋਂ ਬਿਨਾਂ ਗੱਲ ਹੀ ਕੋਈ ਨਹੀਂ ਹੈ। ਜੀ ਪਰ ਅੱਜ ਮੈਂ ਸਮਝਦਾ ਜੋ ਇਹਨਾਂ ਬੰਗਾਲ ਦੇ ਵਿੱਚ ਇਹਨਾਂ ਦਾ ਖਾਸ ਕਰਕੇ ਹੋਈ ਹੈ, ਜੀ ਉਹਦਾ ਇੱਕ ਦੇਸ਼ ਦੇ ਅੰਦਰ ਇੱਕ ਮੈਸੇਜ ਗਿਆ, ਜੀ ਇੱਕ ਪੋਲੀਟੀਕਲ ਖੇਤਰ 'ਚ ਮੈਸੇਜ ਗਿਆ। ਜੀ ਮੈਂ ਦੇਖ ਰਿਹਾ ਸੀ ਇੱਥੇ ਟਰੱਕਾਂ ਵਾਲਿਆਂ ਨੂੰ ਲੱਡੂ ਵੰਡ ਰਹੇ ਸੀ ਜੀ ਤੇ ਮੈਂ ਗੱਡੀ ਰੋਕ ਕੇ ਪੁੱਛਿਆ ਵੀ ਕਿਹੜੀ ਪਾਰਟੀ ਵਾਲੇ? ਉਹ ਕਹਿੰਦੇ ਜੀ ਸਾਡੀ ਪਾਰਟੀ ਕੋਈ ਨਹੀਂ, ਅਸੀਂ ਤਾਂ ਮੋਦੀ ਦੇ ਹਾਰਨ ਤੇ ਲੱਡੂ ਵੰਡ ਰਹੇ ਹਾਂ ਬਸ। ਕਿਸਾਨ ਅੰਦੋਲਨ ਬਸ ਚ ਵੀ ਵੰਡ ਰਹੇ ਸੀ। ਇਹ ਕਹਿਣ ਤੋਂ ਭਾਵ ਆਮ ਲੋਕਾਂ ਦੇ ਵਿੱਚ ਇੱਕ ਜਿਹੜਾ ਮੈਸੇਜ ਗਿਆ ਕਿ ਲੋਕ ਭਾਜਪਾ ਤੋਂ ਤੰਗ ਨੇ, ਇਹਨਾਂ ਦੀ ਸੋਚ ਇਹ ਜੋ ਦੇਸ਼ ਨੂੰ ਕਿਸ ਪਾਸੇ ਲਿਜਾ ਰਹੇ ਨੇ। ਸਾਡਾ ਦੇਸ਼ ਇੱਕ ਸੈਕੂਲਰ ਦੇਸ਼ ਹੈ, ਇੱਥੇ ਅਨੇਕਾਂ ਧਰਮ ਨੇ, ਅਨੇਕਾਂ ਜਾਤੀਆਂ ਨੇ, ਅਨੇਕਾਂ ਪਹਿਰਾਵੇ ਨੇ, ਅਨੇਕਾਂ ਭਾਸ਼ਾਵਾਂ ਨੇ। ਜਿਹੜਾ ਸਭ ਦਾ ਸਤਿਕਾਰ ਕਰੇ ਉਹੀ ਇੱਥੇ ਰਾਜ ਕਰ ਸਕਦਾ ਹੈ। ਪਰ ਇੱਥੇ ਇੱਕ ਦੀ ਗੱਲ ਕਰਨ ਵਾਲਾ ਦੇਸ਼ ਦੇ ਵਿੱਚ ਫਿਰਕਾ ਪ੍ਰਸਤੀ ਦਾ ਜਿਹੜਾ ਮੈਂ ਸਮਝਦਾ ਇਹ ਨੰਗਾ ਨਾਚ ਕਰ ਰਹੇ ਨੇ, ਇਹ ਜਿਹੜੇ ਲੋਕਾਂ ਨੂੰ ਵੰਡਣ ਦੀ ਗੱਲ ਕਰ ਰਹੇ ਨੇ, ਉਹ ਇੱਕ ਬਦਬੂ ਆ ਸਾਡੇ, ਕਿਉਂਕਿ ਸਮਾਜ ਦੀ ਜਿਹੜੀ ਖੁਸ਼ਬੂ ਨੂੰ ਇਹ ਭੰਗ ਕਰ ਰਹੇ ਨੇ। ਜਿਹੜੀ ਸਮਾਜ ਦੇ ਵਿੱਚ
ਕਿੱਥੇ ਪੰਡਿਤ ਨਹਿਰੂ ਤੋਂ ਲੈ ਕੇ ਡਾਕਟਰ ਮਨਮੋਹਨ ਸਿੰਘ ਤੱਕ ਕਦੇ ਤੁਸੀਂ ਆ ਗੱਲਾਂ ਸੁਣੀਆਂ ਸੀ? ਕਦੇ ਯੂਪੀ ਦੇ ਵਿੱਚ ਕੋਈ ਇੱਕ ਫਿਰਕੇ ਦਾ ਲੋਕ ਜਾ ਰਿਹਾ, ਦੂਸਰੇ ਮਾਰ ਰਹੇ ਨੇ, ਕੀ ਹੋ ਰਿਹਾ? ਸਾਡਾ ਦੇਸ਼ ਕਿੱਧਰ ਨੂੰ ਜਾ ਰਿਹਾ? ਅੱਜ ਦੇਸ਼ ਨੂੰ ਵਿਕਾਸ ਦੀ ਲੋੜ ਆ। ਦੇਸ਼ ਨਾਲ ਤੁਸੀਂ ਵਾਅਦੇ ਕੀਤੇ, ਹਰ ਵਰਗ ਦੇ ਲੋਕਾਂ ਨਾਲ ਵਾਅਦੇ ਕੀਤੇ, ਤੇ ਝੂਠ ਤੋਂ ਬਿਨਾਂ ਵੀ ਕੋਈ ਗੱਲ ਕਰ ਲਓ। ਪ੍ਰਧਾਨ ਮੰਤਰੀ ਦੀ ਕੁਰਸੀ ਬੜੀ ਸਤਿਕਾਰਯੋਗ ਕੁਰਸੀ ਹੈ। ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਹਿ ਕੇ ਵੀ ਅਗਰ ਤੁਹਾਨੂੰ ਝੂਠ ਤੋਂ ਬਿਨਾਂ ਕੁਝ ਨਹੀਂ ਦਿਖਾਈ ਦਿੰਦਾ, ਜਾਂ ਤੁਸੀਂ ਜ਼ਿੰਮੇਵਾਰ ਕੁਰਸੀਆਂ ਤੇ ਬੈਠ ਕੇ ਆ ਯੂਪੀ ਦਾ ਪ੍ਰਾਈਮ ਮਿਨਿਸਟਰ, ਅੱਜ ਯੂਪੀ ਦਾ ਮੁੱਖ ਮੰਤਰੀ, ਉੱਥੋਂ ਦੇ ਨੇਤਾ ਉਹ ਸ਼ਮਸ਼ਾਨ ਘਾਟ ਦਾ ਉਦਘਾਟਨ ਕਰ ਰਿਹਾ, ਕਹਿੰਦੇ ਆਨੰਦ ਆਏਗਾ। ਓਏ ਹੋਏ, ਕੈਸੀਆਂ ਗੱਲਾਂ ਕਰਦੇ ਹੋ? ਸ਼ਮਸ਼ਾਨ ਘਾਟ ਦੇ ਆਨੰਦ ਤੇ ਕਿਸੇ ਦੀ ਮ੍ਰਿਤੂ ਹੁੰਦੀ ਤੇ ਕਹਿਣ ਤੋਂ ਭਾਵ ਮੈਂ ਸਮਝਦਾ ਜਿਹੜਾ ਕੁਛ ਅੱਜ ਬੰਗਾਲ ਦੇ ਵਿੱਚ ਹੋਇਆ, ਜੋ ਇਹਨਾਂ ਨਾਲ ਹੋਇਆ, ਬਹੁਤ ਅੱਛਾ ਹੋਇਆ, ਬਹੁਤ ਅੱਛਾ ਹੋਇਆ। ਕੱਲੇ ਬੰਗਾਲ ਦੇ ਨਹੀਂ, ਦੇਸ਼ ਦੇ ਲੋਕ ਖੁਸ਼ ਨੇ, ਦੁਨੀਆ ਦੇ ਲੋਕ ਖੁਸ਼ ਨੇ ਜੋ ਬੀਜੇਪੀ ਦੇ ਨਾਲ ਹੋਇਆ। ਪੁੱਛ ਲੈਣਾ, ਭਾਰਤੀ ਜਨਤਾ ਪਾਰਟੀ ਦੇ ਸਾਡੇ ਕੋਲ ਲੀਡਰ ਬੈਠੇ ਨੇ, ਕੀ ਵਾਕਈ ਕਹਿੰਦੇ ਜੀ ਦੇਸ਼ ਦੇ ਲੋਕ ਖੁਸ਼ ਨੇ ਤੁਹਾਡੀ ਪਰਫਾਰਮੈਂਸ ਤੋਂ? ਹਾਲਾਂਕਿ 2 ਸਟੇਟਾਂ ਤੁਸੀਂ ਲੈ ਚੁੱਕੇ ਨੇ, ਅਸਾਮ, ਪੌਂਡੀਚੇਰੀ, ਲੇਕਿਨ ਕੀ ਦੇਸ਼ ਦੇ ਲੋਕ ਕਹਿੰਦੇ ਨਾ ਖੁਸ਼ ਨੇ, ਲੋਕੀ ਲੱਡੂ ਵੰਡ ਰਹੇ? ਦੇਖੋ, ਮੈਂ ਬਾਬਾ ਸਾਹਿਬ ਨੂੰ ਬੜੇ ਧਿਆਨ ਨਾਲ ਸੁਣ ਰਿਹਾ ਸੀ ਜੀ, ਔਰ ਬੜੇ ਸੀਨੀਅਰ ਲੀਡਰ ਹੈ ਕਾਂਗਰਸ ਦੇ ਜੀ, ਲੇਕਿਨ ਮੈਂ ਉਹਨਾਂ ਦੀ ਗੱਲ ਸੁਣਦੇ ਮੈਨੂੰ ਹਾਸੀ ਵੀ ਆ ਰਹੀ ਸੀ। ਕਹਿੰਦੇ ਸੱਚ ਤਾਂ ਬੋਲੇ, ਛਾਲਨੀ ਕੀ ਬੋਲੇ ਜਿੱਥੇ 3600 ਮੇਘਰੂ। ਦੂਸਰੀ ਗੱਲ, ਇੱਕ ਪੁਰਾਣੀ ਕਹਾਵਤ ਹੈ ਜੀ, ਉਹ ਕਹਿੰਦਾ ਮੇਰੀਆਂ ਦੋਨੋਂ ਅੱਖਾਂ ਫੁੱਟ ਜਾਣ ਕੋਈ ਗੱਲ ਨਹੀਂ, ਪਰ ਉਹਨਾਂ ਦੀ ਇੱਕ ਜੂ ਫੁੱਟਣੀ ਚਾਹੀਦੀ ਹੈ। ਤੇ ਬਾਰ-ਬਾਰ ਬਾਬਾ ਸਾਹਿਬ ਬੀਜੇਪੀ ਕਹਿ ਰਹੇ ਸੀ ਵੀ ਬੰਗਾਲ 'ਚ ਉਹਨਾਂ ਦਾ ਬਹੁਤ ਬੁਰਾ ਹਾਲ ਹੋਇਆ। ਮੈਂ ਬਾਬਾ ਸਾਹਿਬ ਨੂੰ ਪੁੱਛਦਾ ਵੀ 5 ਸਟੇਟਾਂ 'ਚ ਇਲੈਕਸ਼ਨ ਹੋਏ ਆ ਜੀ, ਬੰਗਾਲ 'ਚ, ਅਸਾਮ 'ਚ, ਪੁਡੂਚੇਰੀ 'ਚ, ਕੇਰਲਾ 'ਚ, ਤਾਮਿਲਨਾਡੂ 'ਚ। ਬਿਲਕੁਲ। ਤੇ ਕੋਈ ਇੱਕ ਜਗ੍ਹਾ ਇਹੋ ਜਿਹੀ ਦੱਸ ਦੇਣ ਜਿੱਥੇ ਕਾਂਗਰਸ ਨੇ ਕੋਈ ਵਧੀਆ ਪਹਿਲਾਂ ਨਾਲੋਂ ਪਰਫਾਰਮੈਂਸ ਕੀਤੀ ਹੋਵੇ। ਮੇਰੇ ਕੋਲ 5 ਸਟੇਟਾਂ ਦੀ ਡਿਟੇਲ ਹੈ। ਬੰਗਾਲ 'ਚ ਜਿਹੜੀ ਕਾਂਗਰਸ ਤੋਂ ਟੁੱਟ ਕੇ ਤ੍ਰਿਣਮੂਲ ਕਾਂਗਰਸ ਬਣੀ ਸੀ, ਮਮਤਾ ਬੈਨਰਜੀ, ਉਹ ਤੀਸਰੀ ਵਾਰ ਰਿਪੀਟ ਕਰ ਗਈ ਤੇ ਉੱਥੇ ਕਾਂਗਰਸ ਕੋਲ 0 ਵੋਟ ਆਈ। ਉਹ ਕਹਿੰਦੇ ਸਮਰਥਨ ਸੀਗਾ। ਨਹੀਂ, ਸੁਣੋ ਸੀ ਨਾ, ਸਮਰਥਨ ਕਹਿਣ ਨਾ ਹੈ, ਕਹਿਣ ਵੀ ਹਾਂਜੀ ਸਾਡਾ ਸਮਰਥਨ ਸੀ। ਇਹ ਬਿਲਕੁਲ ਸਹੀ ਗੱਲ ਹੈ। ਇਹ ਅੰਦਰੋਂ ਕਦੀ ਸਮਰਥਨ ਕੀਤਾ ਇਹਨਾਂ ਨੇ, ਕਿਉਂਕਿ ਉੱਥੇ ਰਾਹੁਲ ਜੀ ਗਏ ਨਹੀਂ ਹੈਗੇ। ਤੇ ਜਿਹੜੀ ਸੀਟ ਵਾਇਨਾਡ ਤੋਂ ਕੇਰਲਾ 'ਚ ਰਾਹੁਲ ਗਾਂਧੀ ਜੀ ਲੜੇ ਸੀ, ਉਹ 7 ਕੌਂਸਟੀਚੁਐਂਸੀ 'ਚ 3 ਹਾਰ ਗਏ। ਪੁਡੂਚੇਰੀ 'ਚ ਇਹਨਾਂ ਦਾ ਹਾਲ ਦੇਖ ਲਓ, ਕੇਰਲਾ 'ਚ ਇਹਨਾਂ ਦਾ ਹਾਲ ਦੇਖੋ। ਕੋਈ ਐਸੀ ਇੱਕ ਜਗ੍ਹਾ ਦੱਸਣ ਜਿੱਥੇ ਕਾਂਗਰਸ ਨੇ ਵਧੀਆ ਪਰਫਾਰਮੈਂਸ ਕੀਤੀ ਹੋਵੇ। ਜਿੱਥੇ ਗੱਲ ਕਰਦੇ ਬੀਜੇਪੀ ਦੀ, ਦੇਖੋ ਬੀਜੇਪੀ 2016 ਦੇ ਅੰਦਰ ਬੰਗਾਲ 'ਚ ਸਾਡੇ ਕੋਲ 3 ਸੀਟਾਂ ਸੀ। ਅੱਜ ਅਸੀਂ 77 ਸੀਟਾਂ ਤੇ ਸਾਡੀ ਅਚੀਵਮੈਂਟ ਹੈ, ਨੋ ਡਾਊਟ। ਅਸੀਂ ਸੰਘਰਸ਼ ਕੀਤਾ ਸੀ, ਅਸੀਂ ਪ੍ਰਯਾਸ ਕੀਤਾ ਸੀ ਬੰਗਾਲ 'ਚ ਸਾਡੀ ਸਰਕਾਰ ਬਣੇ। ਭਾਰਤੀ ਜਨਤਾ ਪਾਰਟੀ ਕਿਉਂਕਿ ਵਿਚਾਰਾਂ ਵਾਲੀ ਪਾਰਟੀ ਹੈ, ਦੇਸ਼ ਭਗਤ ਦੀ ਪਾਰਟੀ ਹੈ, ਦੇਸ਼ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੀ ਹੈ, ਦੇਸ਼ ਦੇ ਲੋਕਾਂ ਲਈ ਜਨ ਹਿਤਕਾਰਕ ਕਰਨਾ ਚਾਹੁੰਦੀ ਹੈ। तो जिथे भी वो इलेक्शन लड़ती है तो उन्होंने नक का सवाल ही बनाती है। तो लेकिन नक का सवाल माफ करना, नक का सवाल प्राइम मिनिस्टर ने बोलिया सी 2 मई दीदी गई पर 2 मई दीदी आई। नहीं सुनो सी ना, मैं तुहाडी गल दा जवाब दे रहा, तुसीं भी नक का सवाल 3 बारी कहा, तुहानूं भी मेरा जवाब विच आ जाएगा। ਅਸੀਂ ਜਿੱਥੇ ਵੀ ਇਲੈਕਸ਼ਨ ਲੜਦੇ ਆ ਨੱਕ ਦਾ ਸਵਾਲ ਬਣਾਉਂਦੇ ਆ, ਪਰ ਅੱਜ ਤੱਕ ਦੀਆਂ ਚੋਣਾਂ 'ਚ ਕੋਈ ਕਿਤੇ ਇੱਕ ਉਦਾਹਰਨ ਦਿਓ ਜਿੱਥੇ 25 ਗੁਣਾ ਪਰਫਾਰਮੈਂਸ ਕਿਸੇ ਪਾਰਟੀ ਨੇ ਕਿਸੇ ਸਟੇਟ ਤੇ ਇਲੈਕਸ਼ਨਾਂ 'ਚ ਕਿਸੇ ਨਹੀਂ। ਇਹਨਾਂ ਨੂੰ ਪਾਰਲੀਮੈਂਟ ਦੀਆਂ ਕਿੰਨੀਆਂ ਸੀਟਾਂ ਮਿਲੀਆਂ ਸੀ ਉਹਦੇ ਹਿਸਾਬ ਨਾਲ ਵਿਧਾਨ ਸਭਾ ਕਿੰਨੀਆਂ ਮਿਲੀਆਂ ਇਹ ਦੱਸਣ। ਪਾਰਲੀਮੈਂਟ ਹੋਈ ਆ ਨਾ, ਪਾਰਲੀਮੈਂਟ 'ਚ ਕਿੰਨੀਆਂ ਮਿਲੀਆਂ ਉਹਦੇ ਹਿਸਾਬ ਨਾਲ ਕਿੰਨੀਆਂ ਵਿਧਾਨ ਸਭਾ ਸੀਟਾਂ ਘਟ ਗਈਆਂ ਨੇ ਇਹਨਾਂ ਦੀਆਂ, ਇਹ ਦੱਸਣ, ਕਲੀਅਰ ਕਰ ਲਓ। ਇਹ ਜੇ ਰਾਹੁਲ ਗਾਂਧੀ ਦੀ ਗਿਣਦੇ ਆ ਪਾਰਲੀਮੈਂਟ ਦੀ ਤਾਂ ਆਪਦੀਆਂ ਵੀ ਗਿਣ। ਕੋਈ ਇੱਕ ਉਦਾਹਰਨ ਦਿਓ ਜਿੱਥੇ ਕਿਸੇ ਪਾਰਟੀ ਨੇ 25% ਅਚੀਵਮੈਂਟ ਕੀਤੀ ਹੋਵੇ, 25 ਗੁਣਾ, ਪਰਸੈਂਟ ਨਹੀਂ 25 ਗੁਣਾ। दूसरी गल, भारतीय जनता पार्टी जिन्हों तुसी नॉर्थ दी पार्टी कहंदे सी, जिन्हों तुसी ब्राह्मण बाणिया दी पार्टी कहंदे सी, अज राष्ट्र व्यापी पार्टी है। अज हर जगह असी एग्जिस्टेंस शो की है। अज भारतीय जनता पार्टी दियां 19 स्टेटां साडी सरकार चलदी है और असी पुडुचेरी च दोबारा सरकार, आसाम च दोबारा सरकार बनाई, पुडुचेरी च सरकार बनाने जा रहे हैं। बंगाल दे अंदर अज जिहड़ी ओपोजिशन के तौर पर, मजबूत ओपोजिशन के तौर पर भारतीय जनता पार्टी आई है।
ਸੋ ਜਿਹੜੀ ਗੱਲ ਹੈ ਭਾਰਤੀ ਜਨਤਾ ਪਾਰਟੀ ਦੀ ਪਰਫਾਰਮੈਂਸ ਦਾ ਕੋਈ ਮੁਕਾਬਲਾ ਨਹੀਂ। ਚਲੋ ਮੈਂ ਸ਼ਾਮਲ ਕਰ ਦੂਸਰੀ ਲੂੰਗਾ। ਗੱਲ ਤੁਸੀਂ ਕਿਤੇ ਜੀ ਕਾਂਗਰਸ ਸਮਾਪਤ ਦੀ ਕਾਂਗਰਸ ਆਪਣੇ ਵਜਨ ਦੇ ਨਾਲ ਖਤਮ ਹੋ ਰਹੀ ਹੈ, ਚਲੋ। ਉਹ ਸਾਹਮਣੇ ਕੋਈ ਹਾਂਜੀ, ਮੈਂ ਗੋਸ਼ਾ ਜੀ ਨੂੰ ਕਹਾਂ, ਹਾਂਜੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਪਹਿਲਾਂ ਗੱਠਜੋੜ ਵੀ ਰਿਹਾ, ਤੇ ਕੀ ਸਮਝਦੇ ਹੋ ਵੀ ਭਾਰਤੀ ਜਨਤਾ ਪਾਰਟੀ ਹੁਣ ਪੰਜਾਬ ਦੇ ਅੰਦਰ ਜਿਸ ਤਰੀਕੇ ਨਾਲ ਅੰਦੋਲਨ ਵੀ ਚੱਲ ਰਿਹਾ ਔਰ ਜਿਸ ਤਰੀਕੇ ਨਾਲ ਇਹ ਆਕਾਸ਼ ਲਾਈਆਂ ਜਾਰੀ ਰਹਿ ਰਹੀਆਂ ਵੀ ਹਾਂ ਵੀ ਆਉਣ ਵਾਲਾ ਸਮਾਂ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਪੰਜਾਬ 'ਚ ਬਹੁਤ ਮੁਸ਼ਕਲ ਹੈ, ਕੀ ਕਹਿਣਾ ਚਾਹੋਗੇ? ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਮਾਣਯੋਗ ਮੇਰੇ ਬੈਠੇ ਆ, ਜੀ। ਕੇ ਬਾਬਾ ਜੀ ਬੈਠੇ ਆ, ਬਾਂਸਲ ਸਾਹਿਬ ਬੈਠੇ ਆ। ਜੀ ਇੱਕ ਗੱਲ ਸਮਝਣ ਦੀ ਲੋੜ ਹੈ ਕਿ ਲੋਕਾਂ ਦੀ ਨਬਜ਼ ਟਟੋਲਣ ਦੀ ਜ਼ਰੂਰਤ ਹੈ। ਮੋਦੀ ਸਾਹਿਬ ਮਨ ਕੀ ਬਾਤ ਕਰਦੇ ਆ, ਬਿਲਕੁਲ ਆਪਣੇ ਮਨ ਦੀ ਗੱਲ ਦੱਸਦੇ ਆ। ਜੀ ਅਸੀਂ ਮੋਦੀ ਸਾਹਿਬ ਨੂੰ ਜਿਤਾਉਣ 'ਚ ਪੂਰਾ ਸਮਰਥਨ ਦਿੱਤਾ, ਪੂਰਾ ਜ਼ੋਰ ਲਾਇਆ। ਸਾਨੂੰ ਉਮੀਦ ਸੀ ਵੀ ਕਾਂਗਰਸ ਨੇ ਜੋ ਧੱਕੇਸ਼ਾਹੀ ਪੰਜਾਬ ਦੇ ਲੋਕਾਂ ਨਾਲ ਕੀਤੀ ਹੈ, ਹਿੰਦੁਸਤਾਨ ਦੇ ਲੋਕਾਂ ਨਾਲ ਕੀਤੀ ਹੈ, ਅਸੀਂ ਕਾਂਗਰਸ ਮੁਕਤ ਸਰਕਾਰ ਦੇ ਵਿੱਚ ਹਾਮੀ ਸੀਗੇ। ਪਰ ਜੋ ਹਾਲਾਤ ਦਿਨੋਂ ਦਿਨ ਬਣੀ ਜਾ ਰਹੇ ਆ, ਇਹਨਾਂ ਨੇ ਗੱਲ ਕੀਤੀ ਕਿ ਬਾਬਾ ਜੀ ਦਾ ਪਹਿਲਾਂ ਜਵਾਬ ਦਊਂਗਾ ਕਿ ਨਹਿਰੂ ਜੀ ਤੋਂ ਲੈ ਕੇ ਮਨਮੋਹਨ ਸਿੰਘ ਜੀ ਦਾ ਕੋਈ ਧੱਕੇ ਨਹੀਂ ਕੀਤੇ, ਕਿ ਇੰਦਰਾ ਜੀ ਨੇ ਧੱਕਾ ਨਹੀਂ ਕੀਤਾ ਸੀ, ਦਰਬਾਰ ਸਾਹਿਬ ਅਟੈਕ ਨਹੀਂ ਕਰਾਇਆ ਸੀ, ਕਿ ਰਾਜੀਵ ਗਾਂਧੀ ਨੇ ਦਿੱਲੀ 'ਚ ਕਤਲੇਆਮ ਨਹੀਂ ਕਰਾਇਆ ਸੀਗਾ, ਉਹਦਾ ਪੁਖਤਾ ਸਬੂਤ ਸੱਜਣ ਕੁਮਾਰ ਨੂੰ ਅੱਜ ਸਲਾਖਾ ਦੇ ਅੰਦਰ ਹੈ। ਧੱਕੇ ਉਹਨਾਂ ਨੇ ਕੀਤੇ, ਦੁਨੀਆ ਨੇ ਸਾਰਿਆਂ ਨੇ ਕਿਹਾ ਵੀ ਕਾਂਗਰਸ ਮੁਕਤ ਹੋਣਾ ਚਾਹੀਦਾ, ਪਰ ਅੱਜ ਭਾਰਤੀ ਜਨਤਾ ਪਾਰਟੀ ਨੇ ਜੋ ਕਿਸਾਨਾਂ ਦਾ ਹਾਲ ਕਰਤਾ, ਜੋ ਮਜ਼ਦੂਰਾਂ ਦਾ ਹਾਲ ਕਰਤਾ, ਜੋ ਵਪਾਰੀ ਦਾ ਹਾਲ ਕਰਤਾ, ਅੱਜ ਦੀ ਸਥਿਤੀ ਇਹਨਾਂ ਨੂੰ ਸਮਝਣੀ ਪਊਗੀ। ਕਿਸਾਨਾਂ ਨੇ ਜਾ ਕੇ, ਜਿਹੜੇ ਕਿਸਾਨ ਕਿੱਥੇ ਬੈਠੇ ਆ, ਕਿੱਥੇ ਜਾ ਕੇ ਬੰਗਾਲ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਆ ਦੀਦੀ ਦੇ ਹੱਕ 'ਚ। ਇੱਕ ਮਮਤਾ ਬਨਰਜੀ, ਇੱਕ ਲੇਡੀਜ਼, ਇਹ ਸਮੁੱਚਾ ਪੂਰਾ ਸਾਰਾ ਇਹਨਾਂ ਦਾ ਤਾਮਝਾਮ, ਬਿਲਕੁਲ ਪੂਰੇ ਮੰਤਰੀ ਮੰਡਲ। ਇਹਨਾਂ ਨੇ ਬਾਂਸਲ ਸਾਹਿਬ ਨੇ ਹੁਣੇ ਗੱਲ ਕੀਤੀ ਕਿ ਨੱਕ ਦਾ ਸਵਾਲ ਅਸੀਂ ਬਣਾਉਂਦੇ ਆ। ਨੱਕ ਦਾ ਸਵਾਲ ਬਣਾਉਣ ਤੋਂ ਪਹਿਲਾਂ ਲੋਕਾਂ ਦੇ ਸਵਾਲ ਕਿਉਂ ਨਹੀਂ ਆਪਾਂ ਜਾਣਦੇ, ਲੋਕਾਂ ਦੇ ਦੀ ਨਬਜ਼ ਕਿਉਂ ਨਹੀਂ ਟਟੋਲਦੇ, ਲੋਕਾਂ ਦੇ ਦਿਲ ਦੀ ਗੱਲ ਕਿਉਂ ਨਹੀਂ ਬਾਹਰ ਲਿਆਉਂਦੇ? ਕਿਉਂਕਿ ਅੱਜ ਜੇ ਲੋਕ ਪਰੇਸ਼ਾਨ ਹੈ, ਕਿੱਥੇ ਲੋਕਡਾਊਨ ਤੋਂ ਪਰੇਸ਼ਾਨ ਹੈ, ਕਿੱਥੇ ਇਹਨਾਂ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੈ। ਜੋ ਕਾਂਗਰਸ ਨੇ ਕੀਤਾ ਅੱਜ ਉਸੇ ਰਾਹ ਤੇ ਆਪਾਂ ਚੱਲ ਪਏ ਆ। ਆਪਾਂ ਚੇਂਜ ਕੀ ਕਰਤਾ, ਲੋਕ ਕੀ ਚੇਂਜ ਦੇਖਣ ਤੁਹਾਡੇ ਦੇ ਵਿੱਚ? ਜੇ ਬੰਗਾਲ ਦੇ ਵਿੱਚ ਜੋ ਹਾਲਾਤ ਬਣੇ ਆ, ਉਸ ਤੋਂ ਬਾਅਦ ਵੀ ਜੇ ਤੁਸੀਂ ਸਮਝਦੇ ਹੋ ਕਿ ਅਸੀਂ ਬੜੀ ਵੱਡੀ ਜਿੱਤ ਪ੍ਰਾਪਤ ਕਰ ਲਈ, ਤੇ ਤੁਹਾਡਾ ਭੁਲੇਖਾ 5 ਸਾਲ ਵਾਸਤੇ ਉਹ ਚੁਣੇ ਗਏ ਆ ਮੁੱਖ ਮੰਤਰੀ। ਕਹਿਣਾ ਸੁਣੋ ਕੀ ਕਹਿ ਰਹੇ, ਮੁੱਖ ਮੰਤਰੀ ਉਹਨਾਂ ਨੇ ਹੀ ਰਹਿਣਾ। ਤੁਹਾਡੀਆਂ 77 ਸੀਟਾਂ ਨੇ, ਤੁਸੀਂ ਤਾਂ ਰੋਲਾ ਪਾ ਸਕਦੇ ਹੋ, ਐਜ਼ ਏ ਵਿਰੋਧੀ ਧਿਰ ਦੇ ਉੱਤੇ ਤੁਸੀਂ ਗੱਲਾਂ ਉਠਾ ਸਕਦੇ ਹੋ, ਪਰ ਅੱਜ ਤੁਸੀਂ ਜੇ ਗੱਲਾਂ ਕਰਦੇ ਹੋ ਤੇ ਕਿਸਾਨ ਅੱਜ 8 ਮਹੀਨੇ ਤੋਂ 7-8 ਮਹੀਨੇ ਤੋਂ ਸੜਕਾਂ ਤੇ ਰੁਲਣ ਨੂੰ ਮਜਬੂਰ ਹੋਏ ਪਏ ਆ। ਅੱਜ ਜੇ ਪੰਜਾਬ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਇਹ ਕਹਿੰਦੇ ਵੀ ਵਪਾਰੀਆਂ ਦੇ ਖਿਲਾਫ, ਮਜ਼ਦੂਰਾਂ ਦੇ ਖਿਲਾਫ। ਇਹਨਾਂ ਨੂੰ ਪੁੱਛੋ ਕਿ ਤੁਹਾਡੇ ਤੋਂ ਵਪਾਰੀ ਖੁਸ਼ ਹੈ? ਅੱਜ ਅਸੀਂ ਵਪਾਰੀਆਂ ਨੇ ਅੱਜ 6 ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਕੀਤਾ ਪੰਜਾਬ ਸਰਕਾਰ ਦੇ ਖਿਲਾਫ। ਕਰੋਨਾ ਨੂੰ ਇਹਨਾਂ ਨੇ ਇੱਕ ਡਰਾਮਾ ਬਣਾਇਆ ਹੋਇਆ, ਦਿਲ ਕਰਦਾ ਕਰੋਨਾ ਲੋਕਾਂ 'ਚ ਸਿੱਟ ਦਿੰਦੇ ਆ, ਇਹਨਾਂ ਲੀਡਰਾਂ ਨੂੰ ਕੁਝ ਨਹੀਂ ਕਹਿੰਦਾ। ਇਹ ਲੀਡਰ ਬੜੇ ਹੀ ਹੋ ਜਾਂਦੇ ਆ, ਜਦੋਂ ਦਿਲ ਕਰਦਾ ਕਰੋਨੇ ਨੂੰ ਹਥਿਆਰ ਬਣਾ ਲੈਂਦੇ। ਅੱਜ ਤੁਸੀਂ ਦੇਖ ਲਓ ਕਿ ਜਿਹੜਾ ਪ੍ਰਵਾਸੀ ਮਜ਼ਦੂਰ ਭਾਈਚਾਰਾ, ਪਿਛਲੇ ਦਿਨਾਂ ਦੇ ਵਿੱਚ ਮਜ਼ਦੂਰਾਂ ਦੇ ਪੈਰਾਂ ਦੇ ਵਿੱਚ ਛਾਲੇ ਮੈਂ ਦੇਖਾ। ਕਰਨ ਜੀ ਖੜੇ ਆ, ਕਰਨ ਜੀ ਇਸ ਗੱਲ ਦਾ ਸਬੂਤ ਆ। ਇਹਨਾਂ ਨੇ ਮੈਨੂੰ ਬੁਲਾਇਆ ਸੀ ਇੱਕ ਜਗ੍ਹਾ ਤੇ ਜਿੱਥੇ ਮੈਂ ਆਪ ਪੈਰਾਂ ਤੇ ਛਾਲੇ, ਜਿਹੜੇ ਲੋਕ ਨੰਗੇ ਪੈਰੀ ਤੁਰਦੇ ਪਏ ਸੀ, ਹੱਥ 'ਚ ਬੱਚੇ ਲੈ ਕੇ। ਪਿਛਲੇ ਹੱਲੇ ਅਸੀਂ ਜ਼ਖਮ ਨਹੀਂ, ਸਾਡੇ ਅੱਲੇ ਸੀਗੇ ਪਿਛਲੇ ਸਾਲ ਇਹਨਾਂ ਦਿਨਾਂ 'ਚ ਅਸੀਂ ਹੱਲੇ ਉਹ ਜ਼ਖਮ ਨਹੀਂ ਸੁੱਕੇ ਸੀ। ਅੱਜ ਉਹੀ ਮਜ਼ਦੂਰਾਂ ਦੀ ਬੇਕਦਰੀ ਅੱਜ ਦੁਬਾਰਾ ਹੋ ਗਈ। ਕੁੱਕੜਾਂ ਵਾਂਗੂ ਬਿਠਾ ਕੇ ਲੈ ਕੇ ਜਾ ਰਹੇ ਆ, ਜਿੱਦਾਂ ਮੁਰਗੀ ਖਾਨਾ ਹੁੰਦਾ ਨਾ। ਅੱਜ ਆਮ ਬੰਦਾ ਬਹਿ ਜਾਵੇ ਨਾ, ਆ ਪਰਚਾ ਦਰਜ ਕਰ। ਹੁਣ ਮੇਰੇ ਤੇ ਅੱਜ ਫਿਰ ਪਰਚਾ ਦਰਜ ਕਰਤਾ ਕਿ ਅਸੀਂ ਵਪਾਰੀ ਕਿਉਂ ਬਹਿ ਗਏ। ਹਾਲਾਂਕਿ ਐਦਾਂ ਹੀ ਸੋਸ਼ਲ ਡਿਸਟੈਂਸਿੰਗ ਸੀਗੀ। ਸਿਰਫ ਕੀ ਆ, ਸਾਡੀ ਆਵਾਜ਼ ਬੰਦ ਕਰਨਾ ਚਾਹੁੰਦੇ ਆ, ਲੋਕਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦੇ, ਵਪਾਰੀਆਂ ਦੀ ਆਵਾਜ਼ ਬੰਦ ਕਰਨਾ ਚਾਹੁੰਦੇ, ਮਜ਼ਦੂਰਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦੇ। ਮੈਂ ਪੁੱਛਣਾ ਚਾਹੁੰਦਾ, ਬੱਸਾਂ ਦੇ ਵਿੱਚ ਜਦੋਂ 50 ਬੰਦੇ ਬੈਠਦੇ, ਕੀ ਕਰੋਨਾ ਉੱਥੇ ਨਹੀਂ ਫੈਲੂਗਾ? ਕੀ ਮੈਂ ਪੁੱਛਣਾ ਚਾਹੁੰਦਾ, ਜਦੋਂ ਬੰਗਾਲ ਦੇ ਵਿੱਚ ਇਹਨਾਂ ਦੀਆਂ ਰੈਲੀਆਂ ਸੀ, ਜਦੋਂ ਨਾਲੇ ਚਲਾਉਣ ਖਤਮ ਹੋਈ, ਜੇ ਤਾਂ ਭਾਰਤੀ ਜਨਤਾ ਪਾਰਟੀ ਜਿੱਤ ਜਾਂਦੀ, ਫਿਰ ਇਹਨਾਂ ਨੇ ਇੱਕ ਦਿਨ ਲੋਕਡਾਊਨ ਲੇਟ ਲਵਾਉਣਾ ਸੀਗਾ, ਕਿਉਂਕਿ ਇਹਨਾਂ ਨੇ ਪਹਿਲਾਂ ਨੱਚਣਾ ਟੱਪਣਾ ਸੀ। ਹੁਣ ਜਦੋਂ ਉਹਨਾਂ ਨੇ ਦੇਖਿਆ, ਉਸੇ ਦਿਨ ਸ਼ਾਮ ਨੂੰ ਲੋਕਡਾਊਨ ਦੀਆਂ ਖਬਰਾਂ ਲੱਗ ਪਈਆਂ। ਅੱਜ ਹਰਿਆਣੇ ਲੱਗ ਗਿਆ ਜੀ। ਪੰਜਾਬ ਵਾਲੇ ਵੇਟ ਕਰ ਰਹੇ ਸੀ ਵੀ ਸਾਡੇ ਤੇ ਗਾਜ ਨਾ ਗਿਰੇ ਕਿਸਾਨਾਂ ਦੀ। ਪਹਿਲਾਂ ਹਰਿਆਣਾ ਲਾ ਲਵੇ, ਕਹਿੰਦੇ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਕਿਹਾ ਸੀ ਹਰਿਆਣਾ ਲਾਵੇ, ਅੱਧੇ ਘੰਟੇ ਬਾਅਦ ਅਸੀਂ ਲਾ ਦਾਂਗੇ। ਉਹੀ ਗੱਲ ਹੋਈ, ਲਾ ਕੇ ਅੱਧੇ ਘੰਟੇ ਬਾਅਦ ਪੰਜਾਬ ਸਰਕਾਰ ਨੇ ਲੋਕਡਾਊਨ ਲਾਤਾ। ਇੱਥੇ ਕਾਂਗਰਸ ਸਰਕਾਰ ਹੈ, ਮੈਂ ਉਹੀ ਕਹਿ ਰਿਹਾ ਨਾ, ਉੱਥੇ ਬੀਜੇਪੀ ਦੇ, ਉੱਥੇ ਬੀਜੇਪੀ ਨੇ ਅੱਧੇ ਘੰਟੇ ਪਹਿਲਾਂ ਇੱਕ ਜਿੱਦ ਹੈ ਨਾ, ਕਿਉਂਕਿ ਕਿਸਾਨਾਂ ਦੇ ਅੱਗੇ ਅਸੀਂ ਮਾੜੇ ਨਾ ਬਣ ਜਾਈਏ। ਅੱਜ ਤਾਂ ਸਿਰਫ ਆਪਣੇ ਆਪ ਨੂੰ ਸਾਫ਼ ਕਰਨ ਦੇ ਵਾਸਤੇ ਕੰਮ ਕੀਤਾ ਜਾ ਰਿਹਾ, ਪਰ ਐਦਾਂ ਨਹੀਂ ਹੈ। ਮੈਂ ਦੋਨੇ ਮਾਣਯੋਗ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਅੱਜ ਜ਼ਰੂਰਤ ਹੈ ਲੋਕਾਂ ਦੀ ਗੱਲ ਸੁਣਨ ਦੀ। ਲੋਕ ਤੁਸੀਂ ਦੇਖੋ ਤਾਂ ਸਹੀ, ਤੁਸੀਂ ਜਦੋਂ ਫੇਸਬੁੱਕ ਤੇ ਕੋਈ ਖਬਰ ਪਾਉਂਦੇ ਹੋ ਨਾ, ਆਈਟੀ ਦੇ ਵਿੱਚ ਕੋਈ ਖਬਰ ਪਾਉਂਦੇ ਹੋ, ਲੋਕ ਥੱਲੇ ਗਾਲਾਂ ਕੱਢਦੇ ਆ। ਅੱਜ ਗੱਲ ਕਰ ਰਹੇ ਆ
ਕਿ ਗੈਰ ਜ਼ਰੂਰੀ ਦੁਕਾਨਾਂ ਬਾਰ-ਬਾਰ ਕਰ ਰਹੇ ਨਾ ਵੀ ਗੈਰ ਜ਼ਰੂਰੀ ਦੁਕਾਨਾਂ ਨਹੀਂ ਖੁੱਲਣਗੀਆਂ। ਮੈਂ ਪੁੱਛਣਾ ਚਾਹਨਾ ਇੱਕ ਕਦੀ ਦੁਕਾਨਦਾਰ ਕੋ ਆ ਕੇ ਪੁੱਛਿਆ ਵੀ ਉਹ ਕਿੰਨਾ ਕੁ ਜ਼ਰੂਰੀ ਹੈ ਇਹਦੇ ਵਾਸਤੇ, ਉਹਦੇ ਬੱਚਿਆਂ ਦੀ ਰੋਟੀ ਪਾਣੀ ਕਿੰਨੀ ਜ਼ਰੂਰੀ ਹੈ, ਉਹਨਾਂ ਦੀਆਂ ਫੀਸਾਂ ਕਿੰਨੀਆਂ ਜ਼ਰੂਰੀ ਹੈ? ਇਹ ਤਾਂ ਇਹਨਾਂ ਨੇ ਨਹੀਂ ਪੁੱਛਿਆ। ਇਹ ਅੱਜ ਇਹਨਾਂ ਨੂੰ ਜਦੋਂ ਮੈਂ ਦੱਸਦਾ ਜਾਨ ਜੋਖਮ ਚ ਪਾਣੀ ਤਾਂ ਜ਼ਰੂਰੀ ਨਹੀਂ ਹੈ ਨਾ। ਨਹੀਂ ਮੈਂ ਕਹਿੰਦਾ ਮੈਂ ਬਤਾ ਜਾਨ ਜ਼ਰੂਰੀ ਹੈ। ਕੱਲ ਬਲਬੀਰ ਸਿੰਘ ਸਿੱਧੂ ਜੀ ਜਿਹੜੇ ਇਹਨਾਂ ਦੇ ਹੈਲਥ ਮਿਨਿਸਟਰ ਹੈ, ਉਹ ਸੈਂਕੜੇ ਬੰਦੇ ਅੱਜ ਆਪਣੇ ਫੁੱਲਾਂ ਨਾਲ ਸਨਮਾਨ ਕਰ ਰਹੇ, ਉਹਨਾਂ ਦੀ ਜਾਨ ਨਹੀਂ? ਉਹ ਜਿਹੜੇ ਲੋਕ ਸਨਮਾਨ ਕਰ ਰਹੇ ਉਹਨਾਂ ਦੀ ਜਾਨ ਨਹੀਂ? ਫਿਰ ਲੋਕ ਕਲੋਲ ਕਰਦੇ ਨੇ ਵੀ ਉਹਨਾਂ ਵਾਸਤੇ ਕਾਨੂੰਨ ਅਲੱਗ ਹੈ, ਸਾਡੇ ਵਾਸਤੇ ਕਾਨੂੰਨ ਅਲੱਗ ਹੈ। ਅੱਜ ਕੱਲ ਇਹਨਾਂ ਦੇ ਐਮਐਲਏ ਸਾਹਿਬ ਨੇ ਈਸਟ ਵਾਲੇ ਐਮਐਲਏ ਸਾਹਿਬ ਨੇ ਕੀਤਾ ਮਹੂਰਤ, 100 ਬੰਦਾ ਖੜਾ ਸੀ ਤਾਂ ਉਹਨਾਂ ਨੇ ਤਾਂ ਅੱਜ ਤੱਕ ਮਾਸਕ ਵੀ ਨਹੀਂ ਲਾਇਆ। ਉਹਨਾਂ ਦੇ ਪਰਚਾ ਕਿਉਂ ਨਹੀਂ ਹੈਗਾ? ਇਹ ਸਰਕਾਰ ਦਾ ਦੋ ਮਤਲਬ ਹਾਂਜੀ ਕਰਨ ਜੀ, ਮੈਂ ਪੁੱਛਣਾ ਚਾਹੁੰਦਾ, ਤੁਸੀਂ ਸੁਣ ਲਿਆ ਦੋਨੋਂ ਪਾਰਟੀਆਂ ਨੂੰ, ਤਿੰਨਾਂ ਪਾਰਟੀਆਂ ਨੂੰ ਸੁਣ ਲਿਆ, ਕੀ ਕਹਿਣਾ ਚਾਹੋਗੇ ਭਾਰਤੀ ਜਨਤਾ ਪਾਰਟੀ ਬਾਰੇ ਤੇ ਕਾਂਗਰਸ ਬਾਰੇ? ਮਹਾਰਾਜ ਜੀ ਪਹਿਲੇ ਤੁਸੀਂ ਬੰਗਾਲ ਦੀ ਗੱਲ ਕੀਤੀ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਗੱਲ ਕੀਤੀ ਹੈ। ਮੈਂ ਕਹਿਣਾ ਚਾਹਾਂਗਾ ਕਿ ਜੋ ਭਾਰਤੀ ਜਨਤਾ ਪਾਰਟੀ ਟਾਰਗੇਟ ਲੈ ਕੇ ਚੱਲੀ ਸੀ ਬੰਗਾਲ ਦੇ ਵਿੱਚ, ਕਿਉਂਕਿ ਅਸਾਮ ਇਹ ਪੰਜੋ ਇਲੈਕਸ਼ਨ ਦੇ ਵਿੱਚ ਅਸਾਮ, ਪੌਂਡੀਚੇਰੀ ਜਾਂ ਕੇਰਲ ਇੰਨੀ ਨਿਊਜ਼ 'ਚ ਨਹੀਂ ਸੀ ਜਿੰਨੀ ਪੱਛਮੀ ਬੰਗਾਲ 'ਚ ਸੀ। ਕਿਉਂਕਿ ਭਾਰਤੀ ਜਨਤਾ ਪਾਰਟੀ ਲਈ ਪੱਛਮੀ ਬੰਗਾਲ ਇੱਕ ਕਹਿ ਲਓ ਕਿ ਜਿਵੇਂ ਸਾਡੇ ਦੋਸਤ ਨੇ ਕਿਹਾ ਮੁੱਛ ਦਾ ਸਵਾਲ ਸੀ। ਹਰ ਇੱਕ ਮੰਤਰੀ ਪੂਰਾ ਉਹਨਾਂ ਨੇ ਆਪਣੇ ਜਿਹੜੀ ਸਾਰੇ ਜਿਹੜੇ ਮੰਤਰੀਗਣ ਨੇ ਜਾਂ ਹੋਰ ਵੀ ਨੇ ਪੂਰਾ ਜ਼ੋਰ ਲਗਾਇਆ ਗਿਆ ਸੀ ਕਿ ਵੀ ਉੱਥੇ ਕਿਸੇ ਤਰ੍ਹਾਂ ਵੀ ਜਿੱਤ ਪ੍ਰਾਪਤ ਕਰ ਲਈਏ ਔਰ ਜਿੰਨੀ ਹੋ ਸਕੇ ਵੋਟ ਬੈਂਕ ਅਸੀਂ ਲੈ ਲਈਏ। ਨੋ ਡਾਊਟ ਭਾਰਤੀ ਜਨਤਾ ਪਾਰਟੀ ਨੇ ਪਿਛਲੇ ਜਿਹੜੀ 2016 ਦੇ ਵਿੱਚ 3 ਸੀਟਾਂ ਸੀ, ਹੁਣ 77 ਆ ਗਈਆਂ। ਅੱਛੀ ਉਹ ਆਪਣੇ ਆਪ ਨੂੰ ਪਰਫਾਰਮੈਂਸ ਕਹਿ ਸਕਦੇ ਕਿ ਅਸੀਂ ਵਧੀਆ ਕੀਤਾ। ਲੇਕਿਨ ਅਗਰ ਦੇਖਿਆ ਜਾਵੇ ਤੇ ਇਹ ਅਮਿਤ ਸ਼ਾਹ ਜੀ, ਮੋਦੀ ਜੀ ਦੀ ਮੁੱਛ ਦਾ ਸਵਾਲ ਸੀ ਕਿ ਭਾਰਤੀ ਜਨਤਾ ਪਾਰਟੀ ਪੱਛਮੀ ਬੰਗਾਲ ਦੇ ਵਿੱਚ ਸਰਕਾਰ ਬਣਾਵੇ, ਚਾਹੇ ਉਹ ਕਿਸ ਤਰ੍ਹਾਂ ਵੀ ਬਣਾਵੇ। ਅਗਰ ਉੱਥੇ ਸਰਕਾਰ ਇਸ ਟਾਈਮ ਨਹੀਂ ਬਣਾ ਸਕੀ, 100 ਤੋਂ ਵੀ ਘੱਟ ਸੀਟਾਂ ਆਈਆਂ, ਤੇ ਇਹ ਭਾਰਤੀ ਜਨਤਾ ਪਾਰਟੀ ਲਈ ਇੱਕ ਸੋਚਣ ਦਾ ਵਿਸ਼ੇ ਹੈ, ਸਮਝਣ ਦਾ ਵਿਸ਼ੇ ਹੈ ਕਿ ਕੀ ਗਲਤੀਆਂ ਰਹੀਆਂ। ਇਹ ਨਾ ਸੋਚਣ ਕਿ ਅਸੀਂ ਜਿੱਤ ਕਰ ਲਈ, ਇਹ ਜਿੱਤ ਨਹੀਂ। ਇਹਨੂੰ ਮੈਂ ਦੇਖਾਂਗਾ ਥੋੜਾ ਇਹਨਾਂ ਲਈ ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਜਿਹੜੀ ਐਡੀ ਵੱਡੀ ਪਾਰਟੀ ਆਪਣੇ ਆਪ ਨੂੰ ਕਹਿੰਦੀ ਹੈ ਦੇਸ਼ ਦੇ ਉੱਤੇ ਰਾਜ ਕਰ ਰਹੀ ਹੈ, ਸਭ ਤੋਂ ਜ਼ਿਆਦਾ ਸੀਟਾਂ ਲੈ ਕੇ ਐਮਪੀ ਦੀ ਸਰਕਾਰ ਬਣੀ ਹੈ, ਤਕਰੀਬਨ ਜ਼ਿਆਦਾਤਰ ਸਟੇਟਾਂ ਦੇ ਵਿੱਚ ਇਹਨਾਂ ਦਾ ਰਾਜ ਹੈ। ਔਰ ਅੱਜ ਕੀ ਕਾਰਨ ਹੋਇਆ ਆਫਟਰ ਕਿਸਾਨ ਅੰਦੋਲਨ, ਆਫਟਰ ਆਕਸੀਜਨ, ਆਫਟਰ ਵੈਕਸੀਨੇਸ਼ਨ ਕਮੀ, ਕਿ ਇਹ ਕਿਉਂ ਸੀਟਾਂ ਇਹਨਾਂ ਦੀਆਂ ਇੰਨੀਆਂ ਘੱਟ ਰਹਿ ਗਈਆਂ? ਕਿਉਂਕਿ ਇਹਨਾਂ ਨੇ ਆਪ ਹੀ ਕਿਹਾ ਸੀ ਕਿ ਸਾਨੂੰ 200 ਤੋਂ ਵੱਧ ਸੀਟਾਂ ਆਉਣਗੀਆਂ, ਆ ਵੀ ਸਕਦੀਆਂ ਸੀ। ਇਹ ਮੰਥਨ ਦੀ ਗੱਲ ਹੈ ਕਿ ਜੇ ਦੇਸ਼ ਦੇ ਹਾਲਾਤ ਚੱਲ ਰਹੇ ਸੀ, ਦੇਖੋ ਇਹਦੇ ਵਿੱਚ 2-3 ਗੱਲਾਂ ਆਈਆਂ ਜੋ ਮੈਂ ਸਮਝਦਾ। ਮਮਤਾ ਪਹਿਲੇ ਨਾਲੋਂ ਵੀ ਜ਼ਿਆਦਾ ਲੈ ਗਈ। ਕਾਰਨ ਇਹਦਾ ਕੀ ਹੈ ਉਹ ਇਹਨਾਂ ਨੂੰ ਆਪ ਸੋਚਣਾ, ਬੈਠ ਕੇ ਸੋਚਣਾ ਪੜੇਗਾ। ਲੇਕਿਨ ਜੋ ਮੈਂ ਸਮਝਦਾ ਕਿ ਦੋ ਜਾਂ ਤਿੰਨ ਜਿਹੜੇ ਲਾਸਟ ਵਾਲੇ ਇਲੈਕਸ਼ਨ ਹੋਏ ਆ, ਉਹਦੇ ਵਿੱਚ ਪੂਰੇ ਦੇਸ਼ ਦੇ ਵਿੱਚ ਆਕਸੀਜਨ ਦੀ ਕਮੀ, ਵੈਕਸੀਨੇਸ਼ਨ ਦੀ ਕਮੀ, ਇਹ ਬਹੁਤ ਵੱਡਾ ਮੁੱਦਾ ਸੀ ਜਿਹਨੂੰ ਸੈਂਟਰ ਗਵਰਨਮੈਂਟ ਇੰਨਾ ਨਹੀਂ ਹੱਲ ਕਰ ਪਾਈ ਜਿੰਨਾ ਉਹਨਾਂ ਨੂੰ ਕਰਨਾ ਚਾਹੀਦਾ ਸੀ। ਇਹ ਵੀ ਕਾਰਨ ਦਾ ਹਾਰ ਹੈ। ਇਹ ਕਾਰਨ ਬਿਲਕੁਲ ਹਾਰ ਦਾ ਰਿਹਾ। ਦੂਸਰਾ ਕਾਰਨ ਇਹ ਰਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਇਹ ਸਮਝਿਆ ਕਿ ਕਿਸਾਨ ਅੰਦੋਲਨ ਬੜਾ ਲਾਈਟਲੀ ਲਿੱਤਾ, ਹੁਣ ਤੱਕ ਵੀ ਉਹਨੂੰ ਹੱਲ ਨਹੀਂ ਕਰ ਪਾਈ। ਉੱਥੇ ਜਾ ਕੇ ਜਿਹੜੇ ਕਿਸਾਨ ਦੇ ਨੇਤਾ ਜਿਹੜੇ ਉੱਥੇ ਪ੍ਰਚਾਰ ਕਰਦੇ ਨੇ ਉਹਨਾਂ ਦੇ ਖਿਲਾਫ, ਉਹ ਵੀ ਕਿਤੇ ਨਾ ਕਿਤੇ ਥੋੜਾ ਬਹੁਤ ਕਾਰਨ ਉਹ ਵੀ ਰਿਹਾ ਹੋਏਗਾ। ਨਹੀਂ ਤੇ ਜਿਸ ਤਰ੍ਹਾਂ ਤੇ ਰੁਝਾਨ ਆ ਰਹੇ ਸੀ ਔਰ ਜਿਸ ਤਰ੍ਹਾਂ ਦੇ ਲੋਕਾਂ ਦੇ ਆ ਰਹੇ ਸੀ, ਭਾਰਤੀ ਜਨਤਾ ਪਾਰਟੀ ਉੱਥੇ ਸਰਕਾਰ ਬਣਾ ਸਕਦੀ ਸੀ। ਇਹ ਹੁਣ ਭਾਰਤੀ ਜਨਤਾ ਪਾਰਟੀ ਦੇ ਅੰਦਰ ਦੀ ਗੱਲ ਹੈ ਕਿ ਉਹ ਆਪ ਸੋਚੇ ਵੀ ਇਹ ਕੀ ਕਾਰਨ ਰਹੇ ਔਰ ਕੀ ਕਾਰਨ ਇਹ ਸਰਕਾਰ ਨਹੀਂ ਬਣਾ ਸਕੀ। ਮੈਂ ਗੱਲ ਕਰਦਾ ਕੀ ਕਾਰਨ ਹੈ। ਇਹ ਤਾਂ ਆਤਮ ਮੰਥਨ ਕਰਨ ਦੀ ਲੋੜ ਹੈ ਦੋਨੋਂ ਮੇਨ ਨੈਸ਼ਨਲ ਪਾਰਟੀਆਂ ਦੀ, ਬੀਜੇਪੀ ਤੇ ਕਾਂਗਰਸ ਵਾਸਤੇ। ਤੇ ਆਨਾ ਮੈਂ ਕੋਣ ਆ ਗਿਆ ਤੇ ਲਾਸਟ ਮੈਂ ਬਾਬਾ ਜੀ ਨੂੰ ਕਹਾਂਗਾ, ਬਾਬਾ ਜੀ ਕੀ ਇਹ ਲੱਗਦਾ ਤੁਹਾਨੂੰ ਕੋਈ ਆਉਣ ਵਾਲਾ ਜਿਹੜਾ ਰੁਝਾਨ ਹੈ, ਲੋਕ ਕਹਿ ਰਹੇ ਵੀ ਖੇਤਰੀ ਪਾਰਟੀਆਂ ਨੂੰ ਜ਼ਿਆਦਾ ਲੋਕ ਅਹਿਮੀਅਤ ਦੇ ਰਹੇ ਨੇ ਕਿਉਂਕਿ ਉਹ ਖੇਤਰੀ ਪਾਰਟੀ ਸੀ। ਮਮਤਾ ਬੈਨਰਜੀ ਉੱਥੇ ਤੀਜੀ ਵਾਰੀ ਜਿੱਤਣ ਹੈਟ੍ਰਿਕ ਮਾਰੀ ਉਹਨੇ। ਇਹ ਲੱਗਦਾ ਤੁਹਾਨੂੰ ਵੀ ਹੁਣ ਇਸ ਵੇਲੇ ਜਿਹੜੀਆਂ ਰਵਾਇਤੀ ਪਾਰਟੀਆਂ, ਚਾਹੇ ਭਾਰਤੀ ਜਨਤਾ ਪਾਰਟੀ ਨੈਸ਼ਨਲ ਪਾਰਟੀ ਹੈ, ਚਾਹੇ ਕਾਂਗਰਸ ਹੈ, ਲੱਗਦਾ ਕਿ ਹੁਣ ਲੋਕ ਉਸ ਪਾਸੇ ਤੁਰ ਪਏ ਨੇ? ਗੱਲ ਇਹ ਆ, ਹਰ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਹੈ, ਲੋਕਾਂ ਲਈ ਕਾਰਗੁਜ਼ਾਰੀ ਹੈ, ਉਹ ਤੇ ਡਿਪੈਂਡ ਕਰਦਾ। ਆ ਸਾਡੇ ਨਾਲ ਬੈਠੇ ਨੇ ਸ਼੍ਰੋਮਣੀ ਅਕਾਲੀ ਦਲ ਵਾਲੇ, ਕਿੱਥੇ ਅਰਬਾਂ ਰੁਪਏ ਦੀਆਂ, ਖਰਬਾਂ ਰੁਪਏ ਦੀਆਂ ਪ੍ਰਾਪਰਟੀਆਂ ਦੇ ਮਾਲਕ ਨੇ ਇਹਨਾਂ ਦੇ ਪ੍ਰਧਾਨ, ਕਿੱਥੇ ਉਹ 400 ਦੀ ਸਾੜੀ ਬੰਨਣ ਵਾਲੀ ਵਿਚਾਰੀ ਮਮਤਾ ਬੈਨਰਜੀ। ਇਹ ਕਿੱਥੇ ਮੁਕਾਬਲਾ? ਇਹ ਖੇਤਰੀ ਪਾਰਟੀਆਂ ਤਾਂ ਦੋਨੇ ਆ,
ਜਿਹੜੀ ਉਹਨਾਂ ਦੀ ਸਚਾਈ, ਜਿਹੜੀ ਉਹਦੀ ਕਿਰਤ, ਉਹ ਤਨਖਾਹ ਵੀ ਨਹੀਂ ਲੈਂਦੀ। ਇੱਥੇ 7-7 ਪੈਨਸ਼ਨਾਂ ਲੈਂਦੇ ਨੇ, 8-8 ਪੈਨਸ਼ਨਾਂ ਲੈਂਦੇ ਨੇ, ਉਹ ਕੋਈ ਪੈਨਸ਼ਨ ਨਹੀਂ ਲੈਂਦੀ, ਕੋਈ ਪਾਰਲੀਮੈਂਟ, ਕੋਈ ਵਿਧਾਨ ਸਭਾ ਦੀ ਨਹੀਂ ਪੈਨਸ਼ਨ ਲੈਂਦੀ। ਮੈਂ ਸਮਝਦਾ ਜਿਹੜੀ ਉਸ ਮਮਤਾ ਬੈਨਰਜੀ ਦੀ ਸਚਾਈ, ਉਹਦੀ ਸੱਚੀ ਕਿਰਤ, ਉਹਦਾ ਲੋਕਾਂ ਦਾ ਉਸ ਤੇ ਵਿਸ਼ਵਾਸ, ਤੇ ਇਹ ਸਾਰੀਆਂ ਗੱਲਾਂ ਉਹਦੀ ਜਿੱਤ ਦਾ ਕਾਰਨ ਬਣੀਆਂ ਨੇ। ਫਿਰ ਤੀਸਰੀ ਵਾਰ ਸਰਕਾਰ ਬਣੀ ਹੈ, ਜਿਹੜਾ ਦੋ ਟਰਮ ਦੇ ਵਿੱਚ ਉਹਨਾਂ ਨੇ ਕੰਮ ਕੀਤਾ, ਲੋਕਾਂ ਲਈ ਕੰਮ ਕੀਤਾ, ਆਮ ਲੋਕਾਂ ਲਈ ਕੰਮ ਕੀਤਾ, ਤੇ ਉਹਦਾ ਇੱਕ ਮੈਸੇਜ ਗਿਆ। ਅੱਜ ਇਹ ਗੱਲਾਂ ਕਰਦੇ ਨੇ ਕਿ ਕਾਂਗਰਸ ਨੇ ਜੇ ਕੀਤਾ, ਕਾਂਗਰਸ ਨੇ ਉਹ ਕੀਤਾ, ਕਾਂਗਰਸ ਦਾ ਆਹ ਕੀਤਾ। ਜੇ ਤੁਸੀਂ ਵਿਕਾਸ ਦੇ, ਜੇ ਤੁਸੀਂ ਵੱਡੇ ਹਸਪੀਟਲ, ਵੱਡੀ ਇੰਡਸਟਰੀ ਦੇਸ਼ ਦੇ ਅੰਦਰ ਲੱਗੀ ਹੈ, ਤੇ ਅੱਜ ਡਾਕਟਰ ਮਨਮੋਹਨ ਸਿੰਘ ਵੇਲੇ GDP ਕਿੱਥੇ ਸੀ ਤੇ ਅੱਜ ਕਿੱਥੇ ਆ? ਐਂ ਖੰਭਾ ਦਿਖਾਈ ਦੇ ਰਿਹਾ ਹੈ ਨੈਟਵਰਕ ਤੇ ਇੱਥੇ ਵਾਲਾ ਤਾਂ ਦੀਵਾ ਵੀ ਨਹੀਂ ਜਗਦਾ BJP ਵਾਲਿਆਂ ਦਾ। ਅੱਜ ਸਾਡਾ ਦੇਸ਼ ਇਕਨੋਮਿਕਲੀ ਅਸੀਂ ਕਿੱਥੇ ਖੜੇ ਆ? ਅੱਜ ਜਿਹੜਾ ਵੱਡਾ ਚਿੰਤਾ ਦਾ ਵਿਸ਼ਾ ਹਰ ਭਾਰਤੀ ਲਈ, ਹਰ ਵਰਗ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ, ਜਿਹੜੀਆਂ ਗੱਲਾਂ ਮੈਂ ਸਮਝਦਾ ਚਿੰਤਾ ਕਰਨ ਦੀ ਲੋੜ ਹੈ। ਅਕਾਲੀ ਦਲ ਦੀ ਜਿਹੜੀ 10 ਸਾਲ ਸਰਕਾਰ ਰਹੀ, ਜੋ ਇਹਨਾਂ ਦੀ ਕਾਰਗੁਜ਼ਾਰੀ 10-12 ਸੀਟਾਂ ਵਿਚਾਰਿਆਂ ਨੂੰ ਵਿਧਾਨ ਸਭਾ ਦੀਆਂ ਆਈਆਂ, 2 ਪਾਰਲੀਮੈਂਟ ਦੀਆਂ ਆਈਆਂ, ਇਹਨਾਂ ਦਾ ਸੂਫੜਾ ਸਾਫ਼ 2022 ਚ ਵੀ ਸਾਫ਼, ਇਹ ਵੀ ਸਾਰਾ ਸਾਫ਼ ਹੈ, ਬਲੈਕ ਬੋਰਡ ਤੇ ਲਿਖਿਆ, ਇਹਨਾਂ ਨੂੰ ਪੜ੍ਹ ਲੈਣਾ ਚਾਹੀਦਾ। ਤੇ ਅੱਜ ਮੈਂ ਸਮਝਦਾ ਕਾਂਗਰਸ ਪਾਰਟੀ, ਕੈਪਟਨ ਅਮਰਿੰਦਰ ਸਿੰਘ, ਲੋਕਾਂ ਦੀ ਨਬਜ਼ ਤੇ ਹੱਥ ਰੱਖ ਕੇ ਜਿਹੜੇ ਅਸੀਂ ਗੱਲ ਕਰਦੇ ਆ ਕਰੋਨਾ ਦੀ, ਆ ਬੰਦ ਕਰਤਾ, ਖੋਲਤਾ, ਇਹ ਲੋਕਾਂ ਲਈ ਹੈ, ਇਹ ਲੋਕਾਂ ਲਈ ਫੈਸਲੇ ਲਏ ਜਾਂਦੇ ਨੇ। ਜੇ ਕਿਤੇ ਵੀ ਜਦ ਕੋਈ ਅਸੀਂ ਗੱਲ ਕਰਦੇ ਆ ਕਿਸੇ ਫਿਰਕੇ ਦੇ, ਕਿਸੇ ਵਰਗ ਦੇ, ਕਿਸੇ ਸੰਸਥਾ ਦੇ ਲੋਕ ਗੱਲ ਕਰਦੇ ਤਾਂ ਉਹਨਾਂ ਦੇ ਮੁਤਾਬਕ ਕਰ ਦਿੰਦੇ ਆ। ਕੀ ਫਰਕ ਹੈ? ਡਿਪਟੀ ਕਮਿਸ਼ਨਰ ਨਾਲ ਗੱਲ ਕਰ, ਸਾਡੇ ਪੁਲਿਸ ਦਾ ਜੋ ਵੀ ਕਿਤੇ ਵੀ ਲੋੜ ਆ, ਕਿਤੇ ਵੀ ਕਮੀ ਪੇਸ਼ੀ ਆ, ਉਹਨੂੰ ਦੂਰ ਕੀਤਾ ਜਾ ਸਕਦਾ। ਪਰ ਮੈਂ ਸਮਝਦਾ ਉਹਨੂੰ ਮੁੱਦਾ ਬਣਾ ਕੇ ਕਿਤੇ ਥਾਂ ਸ਼ਹਿਰ ਦੇ ਵਿੱਚ ਆਪਾਂ ਕਿਸੇ ਨੂੰ ਡਿਸਟਰਬ ਕਰਦੇ ਆ, ਕਦੇ ਕਿਸੇ ਨੂੰ ਕਰਦੇ ਆ, ਇਹਦੀ ਕਰਨ ਦੀ ਬਜਾਏ ਕਦੇ ਕੋਈ ਹੋਰ ਮੁੱਦਾ ਚੱਕਦੇ ਆ। ਜਿਹੜੀ ਅਸਲੀ ਗੱਲ ਇਹ ਆ, ਜਿਹੜੇ ਪੰਜਾਬ ਦਾ ਅੱਜ ਮੈਂ ਸਮਝਦਾ ਪੂਰਾ ਦੇਸ਼ ਬਲਕਿ ਵਿਸ਼ਵ ਦੇ ਵਿੱਚ ਕਰੋਨਾ ਦੀ ਸਮੱਸਿਆ, ਇੱਕ ਵੱਡੀ ਸਮੱਸਿਆ, ਇਹਦਾ ਹੱਲ ਕਰਨਾ। ਇੱਕ ਤਾਂ ਲੜਾਈਆਂ ਲੜਦੀਆਂ ਨੇ ਸਰਕਾਰਾਂ, ਇੱਕ ਸਮਾਜਿਕ ਜਥੇਬੰਦੀਆਂ, ਇੱਕ ਅਸੀਂ ਆਪਣੇ ਤੌਰ ਤੇ ਲੜਨੀਆਂ, ਆਪਣੇ ਤੌਰ ਤੇ ਹਰ ਇੱਕ ਨੇ ਲੜਨੀਆਂ। ਸਾਡਾ ਵੀ ਫਰਜ਼ ਬਣਦਾ, ਜੇ ਕੈਨੇਡਾ, ਅਮਰੀਕਾ ਦੇ ਲੋਕ ਉਹ ਜੋ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਆ, ਤਾਂ ਸਾਡਾ ਵੀ ਫਰਜ਼ ਬਣਦਾ ਕਿ ਇਹ ਅਕਸਰ ਸਾਰਿਆਂ ਦੀ ਜਾਨ ਮਾਲ ਦੀ ਰੱਖਿਆ ਦੀ ਗੱਲ ਹੈ। ਸਾਡਾ ਫਰਜ਼ ਬਣਦਾ। ਇਸ ਕਰਕੇ ਅੱਜ ਸਿਰਫ ਅਸੀਂ ਹਾਈਲਾਈਟ ਹੋਣ ਦੇ ਲਈ ਸਮੱਸਿਆ ਨਾ ਚੁੱਕੀਏ, ਲੋਕਾਂ ਦੀ ਨਬਜ਼ ਤੇ ਹੱਥ ਰੱਖੀਏ। ਜਿਵੇਂ ਇਹਨਾਂ ਨੇ ਕਿਹਾ, ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝੀਏ, ਲੋਕਾਂ ਦੀ ਪ੍ਰੋਬਲਮ ਨੂੰ ਸਮਝੀਏ, ਤਾਂ ਲੋਕਾਂ ਦੇ ਵਿੱਚ ਜਾਓ, ਲੋਕਾਂ ਨੂੰ ਅੱਛਾ ਕਰਨ ਦੇ ਲਈ ਜਾਓ। ਮਹਿਰਾ ਜੀ, ਮੈਂ ਇਹਨਾਂ ਦਾ ਬਿਲਕੁਲ ਜਵਾਬ ਦੇਵਾਂਗਾ। ਬਿਲਕੁਲ ਮੈਂ ਇੱਕ ਗੱਲ ਦਾ ਜਵਾਬ ਦੇਣਾ ਚਾਹੁੰਦਾ, ਇਸ ਗੱਲ ਦਾ ਮੈਂ ਚਾਹੁੰਦਾ ਹੈ, ਕਹਿੰਦੇ ਹਾਈਲਾਈਟ ਹੋਣ ਵਾਸਤੇ ਕਦੀ ਕਿਸੇ ਗਰੀਬ ਦੀ ਦੁਕਾਨ ਤੇ ਜਾ ਕੇ ਪੁੱਛਿਆ ਵੀ ਤੈਨੂੰ ਜ਼ਰੂਰਤ ਕੀ ਹੈ? ਅੱਜ ਦੇਖੋ ਲੋਕਡਾਊਨ, ਪਿਛਲਾ ਲੋਕਡਾਊਨ ਲੱਗਾ, 3-4 ਮਹੀਨੇ ਲੋਕਾਂ ਨੇ ਇਹਨਾਂ ਦਾ ਸਾਥ ਦਿੱਤਾ। ਇਹਨਾਂ ਨੇ ਕਿਹਾ ਥਾਲੀਆਂ ਵਜਾਓ, ਤਾੜੀਆਂ ਵਜਾਓ, ਲਾਈਟਾਂ ਜਗਾਓ। ਥਾਲੀਆਂ ਵਾਲੇ ਪਰਦੇ ਨੇ, ਥਾਲੀਆਂ ਵਾਲੇ ਪਰਦੇ ਨੇ, ਵਿੱਚ ਨਾ ਬੋਲੋ, ਵਿੱਚ ਨਾ ਨਹੀਂ, ਥਾਲੀਆਂ ਵਾਲੇ ਅਸੀਂ ਦੀਆਂ, ਥਾਲੀਆਂ ਵਾਲੇ ਫਲਾਣੇ ਨੇ, ਥਾਲੀਆਂ ਕਾਂਟੀਆਂ। ਹਰ ਦੇਸ਼ ਦੇ ਨਾਗਰਿਕ ਨੇ ਸਰਕਾਰ ਦੀ ਗੱਲਾਂ ਤਾਂ ਮੰਨੀਆਂ, ਉਹਨਾਂ ਦੀ ਜ਼ਰੂਰਤ ਹੈ। ਅੱਜ ਅੰਦਰਾਂ ਦੀ ਦੇ ਅੰਦਰ ਰਹੇ, ਸ਼ਟਰ ਚੱਕੇ ਤੇ ਸਾਹਮਣੇ ਬਿਜਲੀ ਦੇ ਬਿੱਲ ਪਏ ਸੀ। ਉਹ ਕਹਿੰਦੇ ਆ ਬਿਜਲੀ ਦੇ ਬਿੱਲ ਕਾਹਦੇ? ਕਹਿੰਦੇ ਜੀ ਉਹ ਸਾਡੇ ਸ਼ਟਰ ਦਾ ਬੰਦ ਸੀ, ਬਿਜਲੀ ਦਾ ਬੰਦ ਸੀ। ਕਹਿੰਦੇ ਨਹੀਂ ਜੀ, ਸਰਕਾਰ ਦੇ ਖਰਚੇ ਦੇ ਇੱਥੇ ਚੱਲਣੇ ਬਿੱਲ, ਜਿਹਦਾ ਬਿੱਲ 4000 ਆਣਾ ਚਾਹੀਦਾ ਤੁਸੀਂ ਉਹਨੂੰ 8000 ਭੇਜਤਾ। ਧੱਕਾ ਸੀ। ਦੇਖੋ ਟੈਕਸ ਸਾਰੇ ਵਧਾਤੇ, ਕਾਉਂਸ ਟੈਕਸ, ਗ੍ਰੀਨ ਟੈਕਸ ਲਾਤਾ, ਉਸ ਤੋਂ ਬਾਅਦ ਹੁਣ ਨਵਾਂ ਟੈਕਸ ਲਾਤਾ, ਡਿਵੈਲਪਮੈਂਟ ਟੈਕਸ। ਠੀਕ ਹੈ, ਉਹ ਟੈਕਸ ਹਲੇ ਖਤਮ ਨਹੀਂ ਹੋਇਆ ਸੀ। 5 ਰੁਪਏ ਨਾਲ ਦੀਆਂ ਸਟੇਟਾਂ ਤੋਂ 6 ਰੁਪਏ ਡੀਜ਼ਲ ਪੈਟਰੋਲ ਮਹਿੰਗਾ ਕਰਤਾ ਇਹਨਾਂ ਨੇ। ਠੀਕ ਹੈ, ਆਹ ਚੀਜ਼ਾਂ ਨਹੀਂ ਖਤਮ ਹੋਈਆਂ ਸੀ। ਆ ਜਿਹੜਾ ਘਿਓ, ਖੰਡ, ਪੱਤੀ, ਸਾਰੇ ਇਹ ਸਾਰੀਆਂ ਚੀਜ਼ਾਂ ਦੇ ਗਰੋਸਰੀ ਦਾ ਰੇਟ ਡਬਲ ਕਰਤਾ। ਇੱਕ ਪਾਸੇ ਇੱਕ ਆਮ ਬੰਦੇ ਦਾ ਜੀਵਨ ਰੁਕ ਗਿਆ। ਅੱਜ ਵੀ ਉਹ ਲੋਕਡਾਊਨ 'ਚ ਬੰਦ ਹੋਣ ਨੂੰ ਘਰ ਬੈਠੇ, ਹਰ ਬੰਦੇ ਨੂੰ ਡਰ ਲੱਗਦਾ ਬਿਮਾਰੀ ਤੋਂ। ਕੋਈ ਨਹੀਂ ਚਾਹੁੰਦਾ ਕਿ ਮੇਰੇ ਪਰਿਵਾਰ ਦਾ ਬੰਦਾ ਹਸਪਤਾਲ ਜਾਵੇ। ਜੇ ਇੰਨੇ ਹੀ ਸਿਆਣੇ ਸੀ, 18 ਮਹੀਨੇ ਪਹਿਲਾਂ ਕੋਵਿਡ ਆ ਚੁੱਕਾ ਸੀ, ਜੇ ਇੰਨੇ ਹੀ ਸਿਆਣੇ ਸੀ ਹੈਲਥ ਸੈਕਟਰ 'ਚ ਦੱਸ ਦੇਣ ਕੀ ਕੀਤਾ। ਹੈਲਥ ਦੇ ਵਿੱਚ ਆਪਾਂ ਕੁਝ ਕੀਤਾ ਨਹੀਂ। ਅੱਜ ਮਾੜੀ ਜੀ ਗੱਲ ਤੇ ਪ੍ਰਦਰਸ਼ਨ ਕਰਨ ਤੇ 4 ਬੰਦੇ ਵੀ ਇਕੱਠੇ ਹੋ ਜਾਣ, ਤੁਸੀਂ ਫਟਾਫਟ ਪਰਚਾ ਦਰਜ ਕਰ ਦਿੰਦੇ। ਮੇਰੀ ਗੱਲ ਪੂਰੀ ਹੋਣ ਦਿਓ। ਕਾਰ ਦੇ ਵਿੱਚ 4 ਬੰਦੇ ਬੈਠੇ, ਪਰਚਾ ਦਰਜ ਕਰ ਦਿੰਦੇ ਹੋ। ਮੈਂ ਪੁੱਛਣਾ ਚਾਹੁੰਦਾ, ਜਿਹੜੇ ਹੈਲਥ ਸਿਸਟਮ ਨੇ ਅੱਜ ਲੋਕ ਮਰ ਰਹੇ ਆ, ਜਿਨ੍ਹਾਂ ਨੂੰ ਬੈੱਡ ਨਹੀਂ ਮਿਲ ਰਿਹਾ, ਕੀ ਤੁਹਾਡੇ ਸਰਕਾਰ ਤੇ ਪਰਚਾ ਕਰਨ ਨਹੀਂ ਬਣਦਾ? ਅੱਜ ਇਹ ਬਾਹਾਂ ਖੜੀਆਂ ਗਲਚੀਆਂ ਕਰਕੇ ਕਹਿ ਰਹੇ ਵੀ BJP ਹਾਰ ਗਈ। ਉਹ ਤਾਂ ਹਾਰ ਗਈ, ਤੁਸੀਂ ਕੀ ਹੈ? ਤੁਹਾਡਾ ਤਾਂ ਉਸ ਤੋਂ ਵੀ ਹਾਰ ਤੋਂ ਵੀ ਹਾਰ ਹੋ ਗਈ। ਤੁਸੀਂ ਕਿਹੜੀਆਂ ਬਾਹਾਂ ਖੜੀਆਂ ਕਰਕੇ ਪੁਰਾਣਾ ਪਿਓ ਜਾਗਦਾ BJP ਦਾ, ਅਕਾਲੀ ਦਲ ਨੂੰ, ਦੋਨਾਂ ਨੂੰ ਅੱਜ ਇਸ ਗੱਲ ਨੂੰ ਐਨਾਲਿਸਿਸ ਕਰਨਾ ਪੈਣਾ। ਦੋਨਾਂ ਨੂੰ ਲੋਕਾਂ ਦੀ ਨਬਜ਼ ਟਟੋਲਣੀ ਪੈਣੀ ਕਿ ਕਿਤੇ ਇਕੱਲਾ ਹੈਲਥ ਸਿਸਟਮ ਨਹੀਂ, ਕਿਸਾਨ, ਮਜ਼ਦੂਰ, ਤਿੰਨੋਂ ਵਰਗ ਪਰੇਸ਼ਾਨ ਹੋ ਗਏ। ਉਹਦਾ ਜਨਾਦੇਸ਼ ਮਿਲਿਆ, ਉਹਦਾ ਜਨਾਦੇਸ਼।
ਦੋਨੋਂ ਪਾਰਟੀਆਂ। ਸਾਹਿਬ ਕਹਿੰਦੇ ਤਿੰਨੋਂ ਵਰਗ ਪਰੇਸ਼ਾਨ ਆ ਤੇ ਪਰਚਾ ਕਰਨਾ ਵੀ ਕਾਂਗਰਸ ਤੇ ਬੰਦਾ, ਕਿਉਂਕਿ ਕਾਂਗਰਸ ਕਰਕੇ ਸਾਰਾ ਕੁਝ ਹੋ ਰਿਹਾ। ਦੇਖੋ ਮੈਂ ਸਭ ਦਾ ਵਾਰੀ-ਵਾਰੀ ਜਵਾਬ ਦਊਂਗਾ। ਜੀ ਜੀ ਸਭ ਤੋਂ ਪਹਿਲਾਂ ਮੈਂ ਕਰਨ ਜੀ ਬੜੇ ਸੀਨੀਅਰ ਪ੍ਰੈਸ ਰਿਪੋਰਟਰ ਹੈ ਜੀ ਜੀ ਔਰ ਇਹਨਾਂ ਦਾ ਬੜਾ ਅੱਛਾ Critically ਦੇ ਦਿਓ ਕੋਈ ਨਾ ਮੈਂ ਸਭ ਦਾ ਜਵਾਉਂਗਾ। ਸੁਣ ਲਓ ਮੈਨੂੰ ਮੌਕਾ ਤਾਂ ਦਿਓ ਨਾ, ਤੁਸੀਂ ਬੋਲਣ ਦਾ ਮੌਕਾ ਨਹੀਂ ਦਿੰਦੇ ਹੈਗੇ। ਮੈਨੂੰ ਲੱਗਦਾ ਤੁਸੀਂ ਵੀ ਇਹਨਾਂ ਨਾਲ ਰਲੇ ਲੱਗਦੇ ਆ। ਅੱਛਾ ਆਪੇ ਮੇਰੀ ਗੱਲ ਸੁਣ ਲਓ। ਕਰਨ ਜੀ ਸੀਨੀਅਰ ਪ੍ਰੈਸ ਰਿਪੋਰਟਰ ਹੈ, ਇਹਨਾਂ ਦਾ ਬੜਾ ਨੈਟਵਰਕ ਹੈ। ਮੈਨੂੰ ਬੜੀ ਖੁਸ਼ੀ ਹੋਈ ਕਿ ਘੱਟੋ ਘੱਟ ਦੇਸ਼ ਦਾ ਮੀਡੀਆ ਬੀਜੇਪੀ ਵਰਗੀ ਪਾਰਟੀ ਨੂੰ ਇਹ ਐਕਸਪੈਕਟ ਕਰਦਾ ਹੈ। ਬੀਜੇਪੀ ਪਾਰਟੀ ਦਾ ਐਡਾ ਜਨਾਧਾਰ ਬਣ ਗਿਆ ਵੀ ਉਹ 5 ਸਾਲਾਂ 'ਚ ਕਿਸੇ ਸਟੇਟ 'ਚ 0 ਤੋਂ 3 ਦਾ ਮਤਲਬ 0 ਹੁੰਦਾ ਹੈ, ਕਿਸੇ ਸਟੇਟ ਤੋਂ 0 ਤੋਂ ਸ਼ੁਰੂ ਹੋ ਕੇ 5 ਸਾਲਾਂ 'ਚ ਉਹ ਸਰਕਾਰ ਬਣਾ ਸਕਦੀ ਹੈ। ਅੱਜ ਦੇਸ਼ ਦਾ ਮੀਡੀਆ, ਦੇਸ਼ ਦੀ ਪਬਲਿਕ ਬੀਜੇਪੀ ਦੇ ਕੰਮਾਂ ਨੂੰ ਦੇਖ ਕੇ, ਬੀਜੇਪੀ ਦੇ ਵਿਚਾਰਧਾਰਾ ਨੂੰ ਦੇਖ ਕੇ ਅੱਜ ਪਬਲਿਕ ਇਹ ਐਕਸਪੈਕਟ ਕਰਨ ਲੱਗੀ ਬੀਜੇਪੀ ਤੋਂ। ਦੂਸਰੀ ਗੱਲ, ਜਿਸ ਤਰ੍ਹਾਂ ਇਹ ਗੱਲ ਕੀਤੀ ਹੈ, ਦੇਖੋ ਅਸੀਂ ਹਾਰੇ ਹਾਂ ਕਿਉਂਕਿ ਸਾਡੀ ਐਕਸਪੈਕਟੇਸ਼ਨ ਸੀ ਭਾਰਤੀ ਜਨਤਾ ਪਾਰਟੀ ਆਪ ਜਿੱਤਣ ਵਾਸਤੇ ਇਲੈਕਸ਼ਨ ਲੜਦੀ ਹੈ, ਨਾ ਕਿ ਦੂਸਰੇ ਨੂੰ ਹਰਾਉਣ ਵਾਸਤੇ ਤੀਸਰੇ ਨਾਲ ਰਲ ਕੇ ਕੋਸ਼ਿਸ਼ ਕਰਦੀ ਹੈ। ਅਸੀਂ ਆਪਣੀ ਜਿੱਤਣ ਵਾਸਤੇ, ਆਪਣੀ ਸਰਕਾਰ ਬਣਾਉਣ ਵਾਸਤੇ ਅਸੀਂ ਕੋਸ਼ਿਸ਼ ਕੀਤੀ, ਅਸੀਂ ਪੂਰਾ ਜ਼ੋਰ ਲਾਇਆ, ਲੇਕਿਨ ਅਸੀਂ ਜੋ ਐਕਸਪੈਕਟ ਕਰਦੇ ਸੀ ਸਾਨੂੰ ਸੀਟਾਂ ਘੱਟ ਆਈਆਂ। ਇਹ ਪਬਲਿਕ ਦਾ ਜੋ ਜਨਾਧਾਰ ਸਾਨੂੰ ਮਿਲਿਆ ਸਾਨੂੰ ਮਨਜ਼ੂਰ ਹੈ। ਅਸੀਂ ਸਰਕਾਰ ਬਣਾਉਣਾ ਚਾਹੁੰਦੇ ਸੀ, ਲੇਕਿਨ ਅਸੀਂ ਫਿਰ ਵੀ ਜਿੰਨਾ ਸਾਨੂੰ ਮਿਲਿਆ, ਇਹ ਲੋਕਤੰਤਰ ਹੈ, ਅਸੀਂ ਉਹਨੂੰ ਮਨਜ਼ੂਰ ਕਰਦੇ ਹਾਂ। ਪਰ ਇਸ ਇਲੈਕਸ਼ਨਾਂ 'ਚ ਇਹ ਸਾਹਮਣੇ ਆ ਗਿਆ ਕਿ ਕਾਂਗਰਸ ਜਿਹੜੀ ਆਪਣੇ ਆਪ ਨੂੰ ਸੈਕੂਲਰ ਕਹਿੰਦੀ ਸੀ, ਇੱਕ ਸਟੇਟ ਦੇ ਅੰਦਰ ਵਾਮ ਮੋਰਚੇ ਨਾਲ ਉਹ ਗਠਬੰਧਨ ਕਰਦੇ ਆ, ਦੂਸਰੀ ਸਟੇਟ ਦੇ ਖਿਲਾਫ ਲੜਦੇ ਆ। ਲੇਕਿਨ ਭਾਰਤੀ ਜਨਤਾ ਪਾਰਟੀ ਦਾ ਪੂਰੇ ਦੇਸ਼ ਇੱਕੋ ਹੀ ਏਜੰਡਾ ਰਿਹਾ, ਇੱਕੋ ਹੀ ਵਿਚਾਰਧਾਰਾ ਰਹੀ ਹੈ। ਸੋ ਅਸੀਂ ਐਕਚੁਅਲੀ ਸਥਿਤੀ ਇਹ ਬਣ ਗਈ, ਮੋਦੀ ਜਾਂ ਭਾਰਤੀ ਜਨਤਾ ਪਾਰਟੀ ਵਰਸਸ ਆਲ ਹੋ ਗਿਆ। ਉਹਦੇ ਬਾਵਜੂਦ ਅਸੀਂ ਆਉਣ ਵਾਲੇ ਟਾਈਮ 'ਚ ਅਸੀਂ 2026 'ਚ ਸਾਡੀ ਸਰਕਾਰ ਬਣੇਗੀ, ਇਹ ਤੈਅ ਲਿਖਿਆ ਹੋਇਆ। ਅਗਲੀ ਗੱਲ, ਸਰਕਾਰ ਬਣਾਉਣ ਲਈ ਹਰ ਜਰਬਾ ਵਰਤਦੇ ਆ। 26 'ਚ ਆਏਗੀ ਨਾ। ਹਾਂ 26 ਸਾਡੀ 24 'ਚ ਆਏਗੀ, 24 'ਚ ਸਾਡੀ ਆਏਗੀ, 24 'ਚ ਸਾਡੀ ਆਏਗੀ, ਇਹਨਾਂ ਦੀ 26 'ਚ ਇਹਦਾ ਮਤਲਬ ਕੋਈ ਸਰਕਾਰ। ਤੁਸੀਂ ਅੱਜ ਗੱਲ ਕੀਤੀ ਕਰੋਨਾ ਦੀ, ਇਹਨਾਂ ਦੀ ਹੁਣ 7 ਸਾਲ ਬਾਅਦ ਆਇਆ ਕਰੂਗੀ ਸਰਕਾਰ। ਦੇਸ਼ ਦੇ ਪ੍ਰਧਾਨ ਮੰਤਰੀ ਨੇ, ਮੋਦੀ ਸਰਕਾਰ ਨੇ 162 ਆਕਸੀਜਨ ਪਲਾਂਟ ਲਾਉਣ ਵਾਸਤੇ ਸਾਰੀਆਂ ਸਟੇਟਾਂ ਨੂੰ ਫੰਡ ਦਿੱਤੇ, ਲੇਕਿਨ ਇਹਨਾਂ ਲੋਕਾਂ ਨੇ ਕੋਰੋਨਾ ਨੂੰ ਵੀ, ਉਸ ਵੈਕਸੀਨ ਨੂੰ ਵੀ, ਉਹਨੂੰ ਵੀ ਪਾਰਟੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਦੇਸ਼ ਦੇ ਅੰਦਰ ਭਰਮ ਪੈਦਾ ਕੀਤਾ। ਦੇਸ਼ ਦੇ ਲੋਕਾਂ ਨੂੰ ਇਹ ਭਾਰਤੀ ਜਨਤਾ ਪਾਰਟੀ ਦੀ ਵੈਕਸੀਨ ਹੈ, ਮੋਦੀ ਦੀ ਵੈਕਸੀਨ ਹੈ, ਉਸ ਵੈਕਸੀਨ ਜਿਹੜੀ ਕੰਪੇਨ ਚੱਲਣੀ ਸੀ, ਉਸ ਕੰਪੇਨ ਨੂੰ ਰੋਕਣ ਦਾ ਇਹਨੇ ਕੰਮ ਕੀਤਾ, ਜਿਸ ਕਰਕੇ ਡੈਥ ਜਿਹੜੀਆਂ ਵੱਧ ਰਹੀਆਂ। 5 ਲੱਖ ਇੱਕ ਦਿਨਾਂ 'ਚ ਡੋਜ਼ ਵੇਸਟ ਹੋਈਆਂ। ਕੱਲੀ ਕੇਰਲਾ ਦੇ ਅੰਦਰ 44 ਲੱਖ, ਤਾਮਿਲਨਾਡੂ 44 ਲੱਖ ਜਿਹੜੀਆਂ ਹੈਗੀਆਂ ਉਹ ਡੋਜ਼ ਵੇਸਟ ਹੋਈਆਂ। ਕੌਣ ਜ਼ਿੰਮੇਵਾਰ ਹੈ? ਇਹ ਲੋਕ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਇਸ ਵੈਕਸੀਨ ਕੰਪੇਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਿਹੜੇ ਆਕਸੀਜਨ, ਅੱਜ ਜਿਹੜੀਆਂ ਆਕਸੀਜਨ ਨਾਲ ਡੈਥ ਹੋ ਰਹੀ ਹੈ, ਬਿਨਾਂ ਆਕਸੀਜਨ ਦੀ ਕਮੀ ਨਾਲ ਡੈਥ ਹੋ ਰਹੀ ਹੈ, ਹੁਣ ਵੀ ਬਾਈ ਆਕਸੀਜਨ, ਬਿਲਕੁਲ ਆਕਸੀਜਨ ਡੈਥ ਹੋ ਰਹੀ ਹੈ। ਵੈਂਟੀਲੇਟਰ ਅੱਜ ਪੂਰਾ ਵਿਸ਼ਵ ਦੇ ਜਿਹੜੇ ਵੱਡੇ ਕੰਟਰੀਆਂ, ਉਹਨਾਂ ਨੇ ਵੀ ਕਦੇ ਐਕਸਪੈਕਟ ਨਹੀਂ ਕੀਤਾ ਸੀ ਵੀ ਕਰੋਨਾ ਦੀ ਐਸੀ ਵੇਵ ਆਏਗੀ। ਅਮਰੀਕਾ ਦੇ ਅੰਦਰ ਹਿੰਦੁਸਤਾਨ ਨਾਲੋਂ 3 ਗੁਣਾ ਵੱਧ ਮੌਤਾਂ ਹੋਈਆਂ। ਮੈਂ ਜਸਟੀਫਾਈ ਨਹੀਂ ਕਰਦਾ ਕਿ ਹਿੰਦੁਸਤਾਨ ਦੀਆਂ ਮੌਤਾਂ, ਪਰ ਕਿਉਂਕਿ ਸਟੇਟਾਂ ਦੇ ਪੂਰੇ ਕੰਟਰੀਆਂ 'ਚ ਐਸੀ ਐਕਸਪੈਕਟੇਸ਼ਨ ਨਹੀਂ ਸੀਗੀ, ਉਹਦੇ ਬਾਵਜੂਦ ਜਿਹੜੇ ਦੇਸ਼ਾਂ 'ਚ ਹੈਲਥ ਸਰਵਿਸਿਜ਼ ਹਿੰਦੁਸਤਾਨ ਤੋਂ 10-20 ਗੁਣਾ ਜ਼ਿਆਦਾ ਹੈ, ਉਹਦੇ ਬਾਵਜੂਦ ਹਿੰਦੁਸਤਾਨ ਨੇ ਇਸ ਕਰੋਨਾ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਨਜਿੱਠਿਆ। ਮੈਂ ਬਾਂਸਲ ਸਾਹਿਬ ਮੈਂ ਬਾਂਸਲ ਸਾਹਿਬ, ਮੈਂ ਤੁਹਾਡੇ ਕੋਲ ਸਵਾਲ ਪੁੱਛਣਾ ਚਾਹੁੰਦਾ। ਇਹਦੇ ਇੱਕ ਚੀਜ਼ ਸਿਰਫ ਕਹਿਣਾ ਚਾਹੁੰਦਾ, ਇੱਕ ਮਿੰਟ ਗੋਸ਼ਾ ਜੀ ਰੇਸ਼ੋ ਲਕੋਈ ਜਾ ਰਹੀ ਹੈ। ਗੋਸ਼ਾ ਜੀ ਲਾਈਨਾਂ ਦੇਖੋ ਬੜੀਆਂ ਲੱਗੀਆਂ, ਪੰਜਾਬ 'ਚ ਵੀ ਲਾਈਨਾਂ ਲੱਗੀਆਂ। ਇੱਕ ਮਿੰਟ ਪੰਜਾਬ 'ਚ ਪਰਸੋਂ 24 ਕੀਤੀਆਂ ਸੀ ਤੇ 74 ਸੀਗੀਆਂ, ਗਿਣਤੀਆਂ ਕਰ ਲਓ। ਗੋਸ਼ਾ ਜੀ ਸਾਰੀ ਸਰਕਾਰਾਂ ਜ਼ਿੰਮੇਵਾਰ ਹੈ, ਤੁਹਾਡੀ ਗੱਲ ਠੀਕ ਹੈ। ਚੱਲ ਬਈ, ਮੈਂ ਬਾਂਸਲ ਸਾਹਿਬ ਤੁਹਾਡੇ ਬੜੇ ਅਦਬ ਨਾਲ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਤੁਸੀਂ ਇਹ ਇਲੈਕਸ਼ਨ ਤੋਂ ਬਾਅਦ, ਚਲੋ ਇਲੈਕਸ਼ਨ ਜਿੱਤਨੇ ਹਾਰਨੇ ਅਲੱਗ ਗੱਲ ਹੈ, ਕੀ ਤੁਸੀਂ ਆਪਣੀ ਦੱਸੋ ਐਕਸਪਰਟ ਕਿ ਇਹ ਕੀ ਦੇਸ਼ ਦੇ ਵਿੱਚ ਵੈਕਸੀਨੇਸ਼ਨ ਇਨਫ ਹੈ, ਕੀ ਆਕਸੀਜਨ ਇਨਫ ਹੈ? ਹੁਣ ਹਾਲੇ ਤੱਕ ਕਰ ਰਹੀ ਹੈ ਸਰਕਾਰ, ਨੋ ਡਾਊਟ, ਬਾਈ 에ਅਰ ਆ ਰਹੀ ਹੈ, ਬਾਈ ਟ੍ਰੇਨ ਆ ਰਹੀ ਹੈ, ਕਰ ਰਹੀ ਹੈ ਸਰਕਾਰ,
ਕਿਆ ਵੈਕਸੀਨੇਸ਼ਨ ਇਨਫ ਹੈ, ਕਿੰਨੇ ਰਾਜਾਂ 'ਚ ਵੈਕਸੀਨੇਸ਼ਨ ਨਹੀਂ ਲੱਗ ਰਹੀ, ਇਹਦੇ ਪਿੱਛੇ ਤੁਸੀਂ ਸੈਂਟਰ ਸਰਕਾਰ ਦੀ ਜ਼ਿੰਮੇਵਾਰੀ ਕਰੋਗੇ ਜਾਂ ਸਟੇਟ ਦੀ ਕਰੋਗੇ, ਇਹ ਪਲੀਜ਼ ਕਲੀਅਰ ਕਰੋ। ਦੇਖੋ ਕੋਈ ਵੀ ਪੈਂਡੈਮਿਕ 'ਚ ਅਸੀਂ ਜ਼ਿੰਮੇਵਾਰੀ ਪਬਲਿਕ ਸਰਕਾਰਾਂ ਦੀ ਹੈ ਅੰਦਾਜ਼ਾ ਤਾਂ ਸਰਕਾਰ ਹੀ ਲਾਉਂਦੀ ਹੈ ਨਾ। ਕਹਿੰਦਾ ਜ਼ਿੰਮੇਵਾਰੀ ਕਿਹਦੀ? ਮੈਂ ਅੱਜ ਜਵਾਬ ਦੇ ਰਿਹਾ। ਜੀ ਜੀ ਦੇਖੋ ਕੋਈ ਵੀ ਪੈਂਡੈਮਿਕ ਹੈ ਜਿਹੜੀ ਕੋਈ ਮਹਾਮਾਰੀ ਫੈਲਦੀ ਹੈ ਉਹਨੂੰ ਨਜਿੱਠਣ ਵਾਸਤੇ ਜਿਸ ਟਾਈਮ ਅਸੀਂ ਇੱਕ ਮੁੱਠ ਹੋ ਕੇ ਲੜਾਈ ਲੜਦੇ ਆ ਤਾਂ ਉਹ ਨਜਿੱਠੀ ਜਾਂਦੀ ਹੈ। ਸਰਕਾਰ ਕਿਹਨੂੰ ਕਹਿੰਦੇ ਆ? ਸਰਕਾਰ ਜਿਹੜੀ ਕੇਂਦਰ 'ਚ ਬੈਠੀ ਹੈ ਇੱਕ ਸਰਕਾਰ ਹੈ, ਪਰ ਉਹਦੇ ਕਿਹਦੇ ਥਰੂ ਕੰਮ ਹੁੰਦਾ? ਸਟੇਟ ਗਵਰਨਮੈਂਟ। ਸਟੇਟ ਕਿਹਦੇ ਥਰੂ ਕੰਮ ਹੁੰਦਾ? ਲੋਕਲ ਗਵਰਨਮੈਂਟ। ਲੋਕਲ ਗਵਰਨਮੈਂਟ ਕਿਹਦੇ ਥਰੂ ਕੰਮ ਹੁੰਦਾ? ਲੋਕਲ ਜਿਹੜੀ ਪ੍ਰਸ਼ਾਸਨ ਹੈ, ਜਿਹੜਾ NGO ਜਾਂ ਜਿਹੜੀ ਪਬਲਿਕ ਹੈ। ਸੋ ਇੱਕ ਅਸੀਂ ਕਲੈਕਟਿਵਲੀ ਅਸੀਂ ਜਿਸ ਤਰ੍ਹਾਂ ਇਸ ਲੜਾਈ ਨੂੰ ਅਸੀਂ ਜਿੱਤਣ ਦੀ ਕੋਸ਼ਿਸ਼ ਕਰਾਂਗੇ ਅਸੀਂ ਤਾਂ ਜਿੱਤ ਸਕਦੇ ਹਾਂ। ਜੇ ਅਸੀਂ ਦੋਸ਼ ਕਿਸੇ ਨੂੰ ਲਾਣਾ ਹੋਵੇ ਤਾਂ ਕਿਸੇ ਤੇ ਵੀ ਲਾਇਆ ਜਾ ਸਕਦਾ। ਜਿਹੜੀਆਂ ਸਟੇਟਾਂ ਨੂੰ ਪਲਾਂਟਾਂ ਵਾਸਤੇ ਪੈਸੇ ਮਿਲ ਗਏ ਆਕਸੀਜਨ ਦੇ, ਉਹਨਾਂ ਨੇ ਪਲਾਂਟ ਨਹੀਂ ਸ਼ੁਰੂ ਕੀਤੇ, ਤੇ ਜਿਨ੍ਹਾਂ ਨੂੰ ਵੈਕਸੀਨ ਮਿਲ ਗਈ ਉਹਨਾਂ ਨੇ ਵੈਕਸੀਨੇਸ਼ਨ ਨਹੀਂ ਸ਼ੁਰੂ ਕੀਤੀ, ਜਿਨ੍ਹਾਂ ਨੂੰ ਦਵਾਈਆਂ ਪਹੁੰਚ ਗਈਆਂ ਉਹਨਾਂ ਦੀ ਸਟੇਟਾਂ 'ਚ ਦਵਾਈਆਂ ਦੀ ਬਲੈਕ ਹੋ ਰਹੀ ਹੈ, ਕੌਣ ਜ਼ਿੰਮੇਦਾਰ ਹੈ? ਸੋ ਮੇਰੇ ਕਹਿਣ ਦਾ ਮਤਲਬ ਹੈ ਸੁਣੋ ਸੁਣੋ ਪਹਿਲਾਂ ਸੁਣੋ ਭਾਈ ਸਾਹਿਬ ਸੁਣੋ। ਅੱਜ ਪਹਿਲੀ ਵਾਰ ਹੋ ਰਿਹਾ ਵੀ ਆਕਸੀਜਨ ਬਾਏ 에ਅਰ ਆ ਰਹੀ ਹੈ, ਦਵਾਈਆਂ ਬਾਏ 에ਅਰ ਆ ਰਹੀਆਂ, ਗੱਡੀਆਂ ਬੱਸਾਂ ਹਰ ਤਰ੍ਹਾਂ ਦੇ ਨਾਲ ਹਰ ਸਟੇਟ ਦੇ ਅੰਦਰ ਹਰ ਸ਼ਹਿਰ ਦੇ ਅੰਦਰ ਆਕਸੀਜਨ ਨੂੰ ਪਹੁੰਚਾਈ ਜਾ ਰਿਹਾ। ਅੱਜ ਜਿਹੜਾ ਬਿਆਨ ਆਇਆ ਹੈ ਕੇਂਦਰ ਸਰਕਾਰ ਦਾ ਕਿ ਅੱਜ ਸਾਡੇ ਕੋਲ ਆਕਸੀਜਨ ਇਨਫ ਹੈ। ਉਹਦੀ ਮੈਨੇਜਮੈਂਟ ਦੀ ਲੋੜ ਹੈ। ਅਸੀਂ ਪੈਨਿਕ ਕ੍ਰੀਏਟ ਨਾ ਕਰੀਏ। ਜਿਸ ਤਰ੍ਹਾਂ ਪੈਨਿਕ 'ਚ ਪਾਵਾਂਗੇ ਤਾਂ ਉਸ ਟਾਈਮ ਨੁਕਸਾਨ ਹੁੰਦਾ। ਸੋ ਅਸੀਂ ਬਜਾਏ ਦੋਸ਼ ਕਿਸੇ ਤੇ ਲਾਉਣ ਤੇ ਉਹ ਚੀਜ਼ਾਂ ਨੂੰ ਅਸੀਂ ਪ੍ਰੋਪਰ ਯੂਜ਼ ਕਰੀਏ ਤਾਂ ਹੀ ਜਿਹੜੀ ਹੈਗੀ ਹੈ ਅਸੀਂ ਇਸ ਲੜਾਈ ਦੇ ਨਾਲ ਲੜ ਸਕਦੇ ਹਾਂ। ਬਿਲਕੁਲ ਇੱਕ ਗੱਲ ਕਹਿਣੀ ਬਣਦੀ ਆ। ਇਹਨਾਂ ਨੇ ਕਿਹਾ ਵੀ ਬਿਲਕੁਲ ਦੋਸ਼ ਨਹੀਂ ਲਾਣੇ ਚਾਹੀਦੇ। ਮੇਰਾ ਸਾਹਿਬ ਮੈਂ ਕਹਿੰਦਾ ਬਿਲਕੁਲ ਦੋਸ਼ ਨਹੀਂ ਲਾਣੇ ਚਾਹੀਦੇ। ਲੜਾਈ ਰਲ ਕੇ ਲੜਨੀ ਚਾਹੀਦੀ ਹੈ। ਯੂਪੀ ਦੇ ਵਿੱਚ ਸਰਕਾਰ ਇਹਨਾਂ ਦੀ, ਸੈਂਟਰ ਦੀ ਸਰਕਾਰ ਇਹਨਾਂ ਦੀ, ਇਹ ਦੱਸ ਦੇਣ ਕਿੰਨੇ ਆਕਸੀਜਨ ਦੇ ਪਲਾਂਟ ਲੱਗੇ ਆ। ਹਰਿਆਣਾ ਦੀ ਸਰਕਾਰ ਇਹਨਾਂ ਦੀ, ਜਿੱਥੇ ਇਹਨਾਂ ਦੀਆਂ ਸਟੇਟਾਂ ਦੱਸ ਦੇਣ ਆਕਸੀਜਨ ਦੇ ਪਲਾਂਟ ਕਿੰਨੇ ਲੱਗੇ। ਦੂਜੀ ਗੱਲ ਵੱਡੀ ਗੱਲ ਦੱਸਣ ਲੱਗਾ, ਕਿੰਨੇ ਟਨ ਆਕਸੀਜਨ ਬੰਗਲਾਦੇਸ਼ ਨੂੰ ਇਹਨਾਂ ਨੇ ਦਿੱਤੀ। ਇਹ ਇਹਨਾਂ ਕੋਲ ਪਲੱਸ ਹੈਗੀ ਸੀ। ਅੱਜ ਆਪਣੇ ਦੇਸ਼ ਦੇ ਲੋਕ ਮਰਦੇ ਹੋਣ, ਆਪਾਂ ਦੂਜੇ ਦੇਸ਼ ਦੇ ਨੂੰ ਬਚਾਉਣ ਚੱਲੇ ਆ। ਆਪਣਾ ਤਾਂ ਘਰ ਪਰ ਸਵਾਰ ਨਹੀਂ ਪਏ। ਹੋਰ ਕੀ ਕਹਿਣਾ ਚਾਹੋਗੇ ਹੁਣ? ਅੱਜ ਤੁਸੀਂ ਸਮਝਦੇ ਹੋ ਕਿ ਇਹਨਾਂ ਹਾਲਾਤਾਂ ਵਿੱਚ ਪੰਜਾਬ ਸਰਕਾਰ ਕਿੱਥੇ ਖੜੀ ਹੈ, ਕਾਂਗਰਸ ਕਿੱਥੇ ਖੜੀ ਹੈ, ਕਿ 2022 ਦੇ ਵਿੱਚ ਕਾਂਗਰਸ ਦੁਬਾਰਾ ਇਸ ਸਰਕਾਰ ਬਣਾਉਣ ਦੀ ਜਿਹੜੀ ਆ ਉਸ क्षमता ਹੈਗੀ ਉਹਨਾਂ ਕੋਲ? ਕਿਉਂਕਿ ਤੁਹਾਡਾ ਨਵਜੋਤ ਸਿੱਧੂ ਔਰ ਤੁਹਾਡੇ ਆਪਸ ਵਿੱਚ ਘੱਟੋ ਘੱਟ ਜਾ ਚੁੱਕਾ, ਮੈਂ ਉਹ ਲੈਣਾ ਨਹੀਂ ਚਾਹੁੰਦਾ, ਕੋਈ ਸਮਾਂ ਮੇਰੇ ਤੋਂ ਘੱਟ ਹੈ ਇਸ ਵੇਲੇ। ਗੱਲ ਇਹ ਹੈ ਕਾਂਗਰਸ ਇੱਕ ਹੈ, ਕਾਂਗਰਸ ਇੱਕ ਮੁੱਠ ਹੈ। ਅਸੀਂ ਸਾਰੇ ਇਕੱਠੇ ਹੋ ਕੇ ਲੜਾਈ ਲੜਾ। ਸਿੱਧੂ ਵੀ ਸਾਡਾ ਹੀ ਆ, ਸਿੱਧੂ ਵੀ ਕਾਂਗਰਸ ਦਾ, ਕੋਈ ਕਿਤੇ ਨਹੀਂ ਜਾ ਰਿਹਾ। ਲਾਸਟ ਇਨਫੋਰਮੇਸ਼ਨ ਦੇ ਦੇਣਾ, ਮੈਂ ਪੀ ਸਿੰਘ ਜਿਹੜੇ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਨੇ ਪਾਸਾ ਫੈਂਕਤਾ। ਉਹ ਕਹਿੰਦੇ ਜੀ ਸਿੱਧੂ ਅਗਰ ਵਾਪਸੀ ਕਰਦਾ ਤਾਂ ਵੈਲਕਮ ਹੈ। ਕੀ ਭਾਰਤੀ ਜਨਤਾ ਪਾਰਟੀ ਜਾ ਰਿਹਾ? ਪਹਿਲਾਂ ਗੱਲ ਇਹ ਹੈ ਇਹ ਕੁਝ ਨਹੀਂ ਹੈ। ਉਹ ਕਾਂਗਰਸ ਦਾ ਅੱਜ ਵੀ ਵਿਧਾਇਕ ਹੈ, ਕਾਂਗਰਸ ਦਾ ਵਿਧਾਇਕ ਹੈ। ਜਦੋਂ ਕੋਈ ਫੈਸਲਾ ਹੋਏਗਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ, ਪਰ ਉਹ ਕਾਂਗਰਸ ਹੈ, ਕਾਂਗਰਸ ਦੇ ਵਿੱਚ ਹੈ। ਜਿੱਥੋਂ ਤੱਕ ਬੀਜੇਪੀ ਦਾ ਸਵਾਲ ਹੈ, ਇਹ ਬੀਜੇਪੀ ਵਾਲੇ ਜਿਹੜੇ ਹਵਾਈ ਗੱਲਾਂ ਕਰਦੇ ਨੇ, ਹਵਾਈ ਨਾਰੇ, ਇਹਨਾਂ ਦੀ ਸਰਕਾਰ ਪਹਿਲਾਂ ਵੀ ਬਣੀ ਸੀ। ਕਾਰਗਿਲ ਦਾ ਯੁੱਧ ਹੋਇਆ, ਇਹਨਾਂ ਨੇ ਤਾਂ ਸ਼ਹੀਦਾਂ ਦੇ ਤਬੂਤਾਂ 'ਚੋਂ ਵੀ ਕਮਿਸ਼ਨ ਖਾਧਾ ਸੀ। ਉਦੋਂ ਇੱਕ ਭਾਰਤ ਦੇ ਫੇਮਸ ਕਵੀ ਬਾਲ ਕਵੀ ਬੈਰਾਗੀ ਨੇ ਲਿਖਿਆ ਸੀ ਕਿ ਅਮਨ ਵੇਚ ਡਾਲਾ, ਚਮਨ ਵੇਚ डाला, वतन की हिफाजत करेंगे वो कैसे, शहीदों का जिन्होंने कफन बेच डाला। ਇਹ ਸ਼ਹੀਦਾਂ ਦੇ ਤਬੂਤਾਂ 'ਚੋਂ ਕਮਿਸ਼ਨ ਖਾਣ ਵਾਲੀ ਭਾਜਪਾ ਇਹ ਤੋਂ ਕੀ ਆਸ ਰੱਖ ਸਕਦੇ ਆ? ਅੱਜ ਇਹ ਕਹਿੰਦੇ ਨੱਕ ਦਾ ਸਵਾਲ ਹੈ। ਇਹਨਾਂ ਨੂੰ ਲੋਕਾਂ ਦੀਆਂ ਸਮੱਸਿਆ ਦਾ ਕੋਈ ਸਵਾਲ ਨਹੀਂ, ਲੋਕਾਂ ਦੀ ਪ੍ਰੋਬਲਮ ਤਾਂ ਕੋਈ ਸਵਾਲ ਨਹੀਂ, ਆਪ ਦਾ ਨੱਕ ਦਾ ਸਵਾਲ ਹੈ। ਇਹਨਾਂ ਦੇ ਨੇਤਾਵਾਂ ਦਾ ਪਿਛੋਕੜ ਕੀ ਹੈ? ਅੱਜ ਮੈਂ ਸਮਝਦਾ ਨੇਤਾ ਹੋਣਾ ਚਾਹੀਦਾ ਜਿਹਦਾ ਕਰੈਕਟਰ, ਜਿਹਦਾ ਜੀਵਨ ਦੇਸ਼ ਦੇ ਲੋਕਾਂ ਲਈ ਮਿਸਾਲ ਹੋਵੇ। ਉਹ ਮਿਸਾਲ ਡਾਕਟਰ ਮਨਮੋਹਨ ਸਿੰਘ ਵਰਗੀਆਂ ਸ਼ਖਸੀਅਤਾਂ ਦਾ, ਜਿਹੜੇ ਪੁਰਾਣੇ ਨੇਤਾ ਉਹਨਾਂ ਦਾ ਦੇਖੋ, ਤੇ ਅੱਜ ਇਹ ਦੇਖੋ ਇਹ ਵੋਟਾਂ ਦੀ ਖਾਤਰ ਕਿੱਥੇ ਖੜੇ ਨੇ, ਇਹਨਾਂ ਦੀ ਸੋਚ ਕਿੱਥੇ ਖੜੀ ਆ ਕਿ ਕੀ ਉੱਥੇ ਜਾ ਕੇ ਇਹਨਾਂ ਨੂੰ ਦੇਸ਼ ਦਾ ਫਿਕਰ ਨਹੀਂ, ਕੱਲੀ ਬੰਗਾਲ ਦੀ ਜਿੱਤ ਦਾ ਫਿਕਰ ਰਹਿ ਗਿਆ। ਉਹ ਮੈਨੂੰ ਯਾਦ ਆ ਇੱਕ ਵਾਰੀ ਕਹਿੰਦੇ ਨੇ ਕਿ ਨਹਿਰੂ ਕੋਲ ਕੋਈ ਕਾਂਗਰਸ ਦੇ ਬੰਦੇ ਗਏ ਕਿ ਜੀ अब इलेक्शन हो जाए तो कांग्रेस जीत जाएगी। वो कहना कांग्रेस का जीतना जरूरी है क्या? चोणा समय सिर होणगियां, पर ये वो लोग ने ਜਿਹੜੇ ਕਹਿੰਦੇ ਚੋਣਾਂ ਹੋਣ ਛੇਤੀ ਜਿੱਤਣਾ, ਪੂਰਾ ਭਾਰਤ ਕਾਂਗਰਸ ਨੂੰ ਭਜਾਉਣਾ। ਪਤਾ ਨਹੀਂ ਇਹਨਾਂ ਦੀ ਕੀ ਸੋਚ ਹੈ। ਲਾਸਟ ਇਹ ਗੱਲ ਕਹਿਣਾ ਚਾਹੁੰਦਾ ਮੇਰਾ ਸਾਹਿਬ, ਬਿਲਕੁਲ ਮੌਸਮ ਦਾ ਇਜਾਜ਼ਤ ਨਹੀਂ ਦਿੰਦਾ। ਦੇਖੋ ਇਹਨਾਂ ਨੇ ਕਰੈਕਟਰ ਦੀ ਗੱਲ ਕੀਤੀ ਵੀ ਕਰੈਕਟਰ ਬੜਾ ਸਹੀ ਹੋਣਾ ਚਾਹੀਦਾ। ਮਨਮੋਹਨ ਸਿੰਘ ਦਾ ਕਰੈਕਟਰ ਬਹੁਤ ਵਧੀਆ, ਮੈਂ ਇਹਦੇ ਵਿੱਚ ਦੋ ਰਾਏ ਨਹੀਂ ਕਹਿੰਦਾ। ਕੈਪਟਨ ਅਮਰਿੰਦਰ ਸਿੰਘ ਦਾ ਕਰੈਕਟਰ ਸਾਰੀ ਦੁਨੀਆ ਜਾਣਦੀ ਹੈ, ਦੱਸਣ ਦੀ ਜ਼ਰੂਰਤ ਨਹੀਂ। ਨੰਬਰ 1 ਆ ਦਿਖਦਾ ਪਿਆ ਨੰਬਰ 1 ਬਿਲਕੁਲ ਤੁਹਾਡੇ ਵਾਸਤੇ ਨੰਬਰ 1 ਹੈ। ਦੂਜੀ ਗੱਲ ਹੈ ਗੁਟਕਾ ਸਾਹਿਬ ਦੀ ਸਹੁੰ ਖਾ ਕੇ
ਜਿਹੜਾ ਕਰੈਕਟਰ ਅੱਜ ਉਹਨਾਂ ਦਾ ਪੰਜਾਬ ਦੇ ਵਿੱਚ ਗਿਰਿਆ, ਮੇਰੇ ਖਿਆਲ ਕਿਸੇ ਇੰਨਾ ਸੀਐਮ ਦਾ ਗਿਰਿਆ ਨਹੀਂ ਹੋਊਗਾ। ਸੁੱਚਾ ਸਿੰਘ ਲਗਾ ਦਾ ਕਿਵੇਂ ਉਹਦੇ ਬਾਰੇ ਵੀ ਬੋਲ ਲਓ। ਸੁੱਚਾ ਸਿੰਘ ਲਗਾ ਬਾਰੇ ਵੀ ਬੋਲੋ। ਸੁੱਚਾ ਸਿੰਘ ਲਗਾ ਦਾ ਬੋਲੋ। ਸੁੱਚਾ ਸਿੰਘ ਲਗਾ ਤੁਹਾਡਾ ਕੈਬਨਿਟ ਮੰਤਰੀ, ਤੁਹਾਡਾ ਕੈਬਨਿਟ ਮੰਤਰੀ ਸੁੱਚਾ ਸਿੰਘ ਲਗਾ, ਸੁੱਚਾ ਸਿੰਘ ਲਗਾ ਬਾਰੇ ਬੋਲੋ। ਤੁਸੀਂ ਤਾਂ ਬਲਤਕਾਰੀ ਸੁੱਚਾ ਸਿੰਘ ਲਗਾ ਦਾ ਕਲੀਅਰ ਕਰੋ ਆਪਣੀ ਸੀਟਾਂ ਬਚਾਉਣ ਵਾਲੇ ਬਲਤਕਾਰੀ ਬਹਿਸ ਨੂੰ ਗੋਦੀ 'ਚ ਚੜਾਈ ਫਿਰਦੇ ਹੋ। ਦੇਖੋ ਇਹਨਾਂ ਨੇ ਇੱਕ ਨਹੀਂ ਇੱਕ ਮੈਨੂੰ ਜਵਾਬ ਦੇ ਨਹੀਂ ਇੱਕ ਜਵਾਬ ਦੇ ਲੰਦੇ ਨੇ ਰੁਕੋ ਨਹੀਂ ਆ ਲਾਸਟ ਹਾਂ ਦੇਖੋ ਕਰੈਕਟਰ ਦੀ ਗੱਲ ਕੀਤੀ ਹੈ। ਅੱਗੇ ਅਖਬਾਰਾਂ 'ਚ ਰੋਜ਼ ਸੁਰਖੀਆਂ ਬਣਦੀਆਂ ਸੀ ਨਵੇਂ ਸਕੈਮ ਦੀਆਂ। ਜਿੱਦਣ ਦੀ ਮੋਦੀ ਗਵਰਨਮੈਂਟ ਆਈ ਆ ਉਦੋਂ ਦੀਆਂ ਨਵੇਂ ਸਕੀਮਾਂ ਦੀਆਂ ਸੁਰਖੀਆਂ ਬਣਦੀਆਂ। ਅਗਲੀ ਗੱਲ ਜਿੱਥੇ ਨਹੀਂ ਬਾਬਾ ਜੀ ਵਿੱਚ ਨਾ ਬੋਲਿਆ ਕਰੋ, ਬਾਬਾ ਜੀ ਵਿੱਚ ਨਾ ਬੋਲਿਆ ਕਰੋ, ਵਿੱਚ ਨਾ ਬੋਲਿਆ ਦੋਸਤਾਂ ਦੀ ਵਿੱਚ ਨਾ ਬੋਲੋ। ਅਗਲੀ ਗੱਲ ਸੁਣ ਲਓ, ਜਵਾਹਰ ਲਾਲ ਨਹਿਰੂ ਪੈਸੇ ਦੇ ਰਿਹਾ 20 ਲੱਖ ਕਰੋੜ ਇਹਨਾਂ ਦਾ ਵੀ ਕੈਪਟਨ ਸਾਹਿਬ ਵੀ ਦੇ ਰਿਹਾ, ਮੋਦੀ ਸਾਹਿਬ ਵੀ ਦੇ ਰਿਹਾ, ਲੋਕਾਂ ਨੂੰ ਨਹੀਂ ਪਹੁੰਚ ਰਿਹਾ। ਪਰ ਦੇਖੋ ਮੋਦੀ ਸਾਹਿਬ ਨਾਲ ਜਵਾਹਰ ਲਾਲ ਨਹਿਰੂ ਜੀ ਦਾ ਮਿਲਾ ਲਓ ਕਰੈਕਟਰ, ਇੰਦਰਾ ਗਾਂਧੀ ਦਾ ਮਿਲਾ ਲਓ, ਰਾਜੀਵ ਗਾਂਧੀ ਦਾ ਮਿਲਾ ਲਓ, ਸੋਨੀਆ ਗਾਂਧੀ ਦਾ, ਰਾਹੁਲ ਦਾ ਮਿਲਾ ਲਓ, ਪ੍ਰਿੰਕਾ ਦਾ ਮਿਲਾ ਲਓ। ਮੋਦੀ ਸਾਹਿਬ ਇੱਕ ਫਕਰ ਆਦਮੀ ਹੈ, ਦੇਸ਼ ਭਗਤ ਆਦਮੀ ਹੈ। ਸਿਰਫ ਉਹਨਾਂ ਦਾ ਇੱਕੋ ਹੀ ਮਕਸਦ ਹੈ, ਮੇਰਾ ਦੇਸ਼ ਤੇ ਮੇਰੇ ਦੇਸ਼ ਦੇ ਲੋਕ ਜਿਹੜੇ ਉਹ ਸੁਖੀ ਹੋਣ। ਉਹ ਜਿਹੜੇ ਕਰਪਟ ਲੋਕ ਹੈ, ਜਿਹੜੇ ਬੇਈਮਾਨ ਲੋਕ ਹੈ, ਉਹਨਾਂ ਨੂੰ ਦੇਸ਼ ਤੇ ਫੜ ਕੇ ਅੰਦਰ ਕਰਨਾ। ਔਰ ਜਿਨ੍ਹਾਂ ਨੇ ਗੜਬੜਾਂ ਕੀਤੀਆਂ, ਜਿਨ੍ਹਾਂ ਨੇ ਪੈਸੇ ਖਾਦੇ, ਉਹਨਾਂ ਤੇ ਕਾਰਵਾਈ ਕਰਨੀ ਹੈ। ਇਹ ਸਾਡਾ ਧਰਮ ਹੈ। ਅੱਜ ਲੋਕ ਬੜੇ ਪਰੇਸ਼ਾਨ ਹੈ, ਇਹ ਦੋਨਾਂ ਪਾਰਟੀਆਂ ਦੇ ਬੜੇ ਪਰੇਸ਼ਾਨ ਹੈ। ਅੱਜ ਲੋਕ ਜਵਾਬ ਦੇਣਗੇ ਇਹਨਾਂ ਨੂੰ ਆਉਣ ਵਾਲੇ ਟਾਈਮ 'ਚ। ਇੱਕ ਜਵਾਬ ਬੰਗਾਲ 'ਚ ਦੇਤਾ, ਹੁਣ ਅਗਲਾ ਜਵਾਬ ਵੀ ਦੇਣ ਵਾਲੇ ਲੋਕ। मेरा साहब मैं सारे अपने दोस्त ही ने, चाहे वो बीजेपी ਦੇ ਅਕਾਲੀ ਦਲ ਨੇ, ਕਾਂਗਰਸ ਦੇ ਨੇ, ਹੱਥ ਜੋੜ ਕੇ ਬੇਨਤੀ ਕਰਨਾ ਕਿ ਇਹ ਪਲੀਜ਼ ਇਹ ਜਿਹੜਾ ਮਾਹੌਲ ਹੈ ਇਹ ਬੜਾ ਖਤਰਨਾਕ ਮਾਹੌਲ ਹੈ। ਇਹਦੇ ਵਿੱਚ ਤੁਸੀਂ ਰਾਜਨੀਤੀ ਨਾ ਕਰੋ, ਲੋਕਾਂ ਨੂੰ ਬਚਾਉਣ ਲਈ ਸਾਰੇ ਇਕੱਠੇ ਹੋਵੋ, ਚਾਹੇ ਉਹ ਕਈ ਪਾਰਟੀ ਹੈ, ਉਹ ਇਕੱਠੇ ਹੋ ਕੇ ਲੋਕਾਂ ਨੂੰ ਕਿੱਦਾਂ ਬਚਾਉਣਾ। ਚੱਲਣ ਸਹੀ ਹਸਪਤਾਲ ਪਲਾਜ਼ਮਾ ਦੇ ਰਹੇ ਆ, ਹਸਪਤਾਲਾਂ ਜਾ ਕੇ ਜਾਣ ਤਾਂ ਸਹੀ, ਰਾਜਨੀਤੀ ਛੱਡਣੀ ਪਏਗੀ। ਘਰ ਬੈਠੇ ਨਹੀਂ ਪਤਾ ਲੱਗਦਾ ਇਹਨਾਂ ਨੂੰ ਹਸਪਤਾਲਾਂ ਦੀ ਕੰਡੀਸ਼ਨ ਕੀ ਹੈ। ਇਹੀ ਕਰਾਂਗਾ ਕਿ ਅੱਜ ਚਾਹੇ ਉਹ ਬੀਜੇਪੀ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਕੋਈ ਹੋਰ ਵੱਡੀ ਪਾਰਟੀ ਹੈ, ਰਿਲੀਜੀਅਲ ਪਾਰਟੀਆਂ ਦੇ ਨਾਲ ਲੈ ਕੇ ਹੀ ਤੁਹਾਨੂੰ ਦੇਸ਼ 'ਚ ਰਾਜ ਕਰਨਾ ਪਏਗਾ। ਔਰ ਇਹ ਅੱਜ ਮੌਕਾ ਹੈਗਾ ਕਿ ਰਿਲੀਜੀਅਲ ਪਾਰਟੀ, ਜਿਹੜੀ ਰਿਲੀਜੀਅਸ ਪਾਰਟੀ ਹੈਗੀ ਹੈ, ਜਿਹੜੀ ਸਟੇਟ ਪਾਰਟੀ ਹੈਗੀ ਹੈ, ਉਹਨਾਂ ਨੂੰ ਨਾਲ ਲੈ ਕੇ ਹੀ ਤੁਸੀਂ ਅੱਗੇ ਵੱਧ ਸਕਦੇ ਹੋ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਸਮਾਂ ਹੁਣ ਇਜਾਜ਼ਤ ਨਹੀਂ ਦਿੰਦਾ, ਇਸ ਕਰਕੇ ਸਾਨੂੰ ਇੱਥੇ ਹੀ ਇਹ ਚਰਚਾ ਜਿਹੜੀ ਹੈ ਉਹਨੂੰ ਵਿਰਾਮ ਦੇਣਾ ਪੈਣਾ। ਸਾਰੇ ਪਾਰਟੀਆਂ ਨੇ, ਸਿਆਸੀ ਬੁੱਧੀਜੀਵੀਆਂ ਨੇ ਆਪਣੇ ਵਿਚਾਰ ਰੱਖੇ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ ਆਪਾਂ ਕਹਿੰਦੇ ਹੀ ਆ, ਜਿਸ ਤਰੀਕੇ ਨਾਲ ਰਾਜਨੀਤੀ ਦੇ ਵਿੱਚ ਕੋਈ ਦੁਸ਼ਮਣ ਨਹੀਂ ਹੁੰਦਾ ਤੇ ਕੋਈ ਦੋਸਤ ਨਹੀਂ ਹੁੰਦਾ। ਕੋਈ ਵੀ ਸਿਆਸੀ ਪਾਰਟੀ ਦਾ ਆਗੂ ਕਿਸੇ ਵੀ ਪਾਰਟੀ ਨੂੰ ਜਾ ਸਕਦਾ। ਜਿਸ ਤਰੀਕੇ ਨਾਲ ਅੱਜ ਪੰਜਾਬ ਦੇ ਵਿੱਚ ਇਹ ਦੇਖਿਆ ਜਾ ਰਿਹਾ ਕਿ ਸਿੱਧੂ ਵੀ ਸ਼ਾਇਦ ਕਿਸੇ ਨਾ ਕਿਸੇ ਪਾਰਟੀ 'ਚ ਦੁਬਾਰਾ ਜਾ ਸਕਦਾ, ਚਾਹੇ ਆਮ ਪਾਰਟੀ ਜਾ ਸਕਦਾ ਜਾਂ ਕਾਂਗਰਸ ਵਿੱਚ ਵੀ ਰਹਿ ਸਕਦਾ। ਲੇਕਿਨ ਜਿਹੜੇ ਹੁਣ 5 ਰਾਜਾਂ ਦੇ ਨਤੀਜੇ ਆਏ ਆ, ਇਹਦਾ ਜਿਹੜਾ ਪ੍ਰਭਾਵ ਆ, ਇਹਦਾ ਅਸਰ ਆ ਪੰਜਾਬ ਦੇ ਵਿੱਚ ਆਉਣ ਵਾਲੇ 2022 ਦੇ ਵਿੱਚ ਕੀ ਹੋਏਗਾ, ਇਹ ਦੇਖਣਾ ਬਹੁਤ ਜ਼ਰੂਰੀ ਹੋਏਗਾ। ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਇਸ ਵੇਲੇ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਢਾਲ ਲਾ ਰਿਹਾ। ਔਰ ਸਿਆਸੀ ਪਾਰਟੀਆਂ ਜਿਹੜੀਆਂ ਆਪਣੇ ਆਪ ਨੂੰ ਕਹਿੰਦੀਆਂ ਕਿਸਾਨ ਹਮਾਇਤੀ ਕਹਿੰਦੀਆਂ, ਕਿਸਾਨਾਂ ਦੇ ਉੱਤੇ ਆਪਣਾ ਜਿਹੜਾ ਸਿਆਸਤ ਕਰ ਰਹੀਆਂ, ਉਹ ਵੀ ਦੇਖਣਾ ਹੋਊਗਾ ਕਿ ਕਿਸਾਨ ਉਹਨਾਂ ਸਿਆਸੀ ਪਾਰਟੀਆਂ ਦੇ ਉੱਤੇ ਹੱਥ ਰੱਖਦੇ ਆ। ਜਿਸ ਵਾਰ ਨੂੰ ਦਿਓ ਹੁਣ ਇਜਾਜ਼ਤ, ਸਮਾਂ ਹੋ ਗਿਆ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਸਾਰਿਆਂ ਦਾ।